ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸ਼ੇਖਰ ਰਾਏ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਤੁਹਾਡੇ ਲਈ ਗੱਲਬਾਤ ਲੈ ਕੇ ਹਾਜ਼ਰ ਹੋ ਗਏ ਹਾਂ। ਸੋ ਖਬਰ ਮਿਲੀ ਹੈ ਕਿ ਪਿਛਲੇ 10-20 ਦਿਨਾਂ ਤੋਂ 15-20 ਦਿਨਾਂ ਤੋਂ ਤਕਰੀਬਨ ਸ਼ੈਨਗਨ ਵੀਜ਼ਾ ਜਿਹੜੇ ਹੈ ਸਟੱਡੀ ਵੀਜ਼ਾ ਉਹ ਸਟਾਰਟ ਹੋ ਗਏ ਨੇ। ਜਰਮਨੀ, ਇਟਲੀ 26 ਕੰਟਰੀਜ਼ ਨੇ, ਮਾਲਟਾ ਵੀ ਜਾ ਸਕਦੇ ਹੋ ਤੁਸੀਂ, ਇੱਦਾਂ ਸਟੱਡੀ ਵੀਜ਼ਾ ਲੈ ਸਕਦੇ ਹੋ। ਅਤੇ ਉਸ ਦੇ ਵਿੱਚ ਕੀ ਕੁਛ ਨਵੀਂ ਚੀਜ਼ਾਂ ਆਈਆਂ ਨੇ, ਜੇ ਕੁਛ ਪੁਰਾਣੀਆਂ ਨੇ, ਕੀ ਗੱਲਬਾਤ ਹੈਗੀ ਆ ਉਹ ਜਾਣਦੇ ਹਾਂ। ਅਤੇ ਉਸ ਦੇ ਨਾਲ ਹੀ ਨਾਲ ਯੂਰੋਕੈਨ ਗਲੋਬਲ ਇਹ ਦਾਅਵਾ ਕਰਦਾ ਹੈ ਕਿ ਤੁਸੀਂ ਆਪਣਾ ਸਟੱਡੀ ਵੀਜ਼ਾ ਲਵਾਓ ਤੇ ਵੀਜ਼ਾ ਲਵਾਉਣ ਤੋਂ ਬਾਅਦ ਕਾਲਜ ਦੀ ਜਿਹੜੀ ਹੈ ਫੀਸ ਭਰੋ। ਇਹ ਕਿਵੇਂ ਪੋਸੀਬਲ ਹੈ, ਜਾਣਦੇ ਹਾਂ ਮੈਨੇਜਿੰਗ ਡਾਇਰੈਕਟਰ ਅਮਨਦੀਪ ਸਿੰਘ ਜੀ ਤੋਂ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਰ ਕਿਵੇਂ ਪੋਸੀਬਲ ਹੈਗੀ ਹੈ? ਸਭ ਤੋਂ ਪਹਿਲਾਂ ਨਾ ਇਹ ਜਦੋਂ ਆਫਰਸ ਇੱਦਾਂ ਦੀਆਂ ਸੁਣਨ ਨੂੰ ਮਿਲਦੀਆਂ ਤਾਂ ਸਟੂਡੈਂਟ ਵੀ ਐਕਸਾਈਟਡ ਹੋ ਜਾਂਦੇ ਆ ਕਿ ਬੜੀ ਵਧੀਆ ਚੀਜ਼ ਹੈ ਕਿ ਹੈ ਨਾ, ਪਹਿਲਾਂ ਵੀਜ਼ਾ ਮਿਲੇਗਾ ਫਿਰ ਉਸ ਤੋਂ ਬਾਅਦ ਆਪਾਂ ਫੀਸ ਭਰਨੀ ਹੈ, ਤਾਂ ਇੱਕ ਸ਼ਿਓਰਿਟੀ ਮਿਲਦੀ ਹੈ, ਇੱਕ ਕੌਨਫੀਡੈਂਸ ਮਿਲਦਾ ਹੈ। ਸੋ ਇਹ ਪੋਸੀਬਿਲਿਟੀ ਕਿਵੇਂ ਹੈ? ਸਿਰਫ ਯੂਰੋਕੈਨ ਦੇ ਰਿਹਾ ਜਾਂ ਫਿਰ ਵੀਜ਼ਾ ਪ੍ਰੋਸੈਸ ਹੀ ਇਸ ਤਰੀਕੇ ਨਾਲ ਹੀ, ਜਾਂ ਯੂਨੀਵਰਸਿਟੀ ਕਾਲਜਸ ਜਿਹੜੇ ਨੇ ਇਹ ਆਫਰ ਪ੍ਰੋਵਾਈਡ ਕਰਦੇ ਨੇ? ਜੀ, ਇੱਕ ਤਾਂ ਸਭ ਤੋਂ ਵਧੀਆ ਚੀਜ਼ ਮੈਂ ਸਟਾਰਟਿੰਗ 'ਚ ਦੱਸਣੀ ਚਾਹੂੰਗਾ ਕਿ ਬਹੁਤ ਲੰਬੇ ਸਮੇਂ ਬਾਅਦ ਇਹਨਾਂ ਦੇਸ਼ਾਂ ਦੇ ਜਿਹੜੇ ਹੈਗੇ ਵੀਜ਼ਾਜ਼ ਆਉਣੇ ਸ਼ੁਰੂ ਹੋਏ ਨੇ। ਮੈਂ ਜਰਮਨੀ ਦੀ ਗੱਲ ਕਰਾਂ, ਇਟਲੀ ਦੀ ਗੱਲ ਕਰਾਂ, ਮਾਲਟਾ ਦੀ ਗੱਲ ਕਰਾਂ, ਹੋਰ ਯੂਰਪ ਦੇ ਦੇਸ਼ਾਂ ਦੀ ਗੱਲ ਕਰਾਂ, ਸਾਲ ਡੇਢ 2 ਸਾਲ ਤੋਂ ਐਮਬੈਸੀਜ਼ ਜਿਹੜੀਆਂ ਹੈਗੀਆਂ ਬੰਦ ਪਈਆਂ ਸੀਗੀਆਂ। ਹੁਣੇ ਜੇ ਪਿਛਲੇ 10-15 ਦਿਨ ਦੇ ਵਿੱਚ ਵੀਜ਼ਾ ਅਪਰੂਵਲ ਆਉਣੀਆਂ ਸਟਾਰਟ ਹੋਈਆਂ ਨੇ। ਅਤੇ ਜਿਹੜਾ ਫੀਸ ਆਫਟਰ ਵੀਜ਼ਾ ਦਾ ਸਿਸਟਮ ਹੈਗਾ ਵੀ ਤੁਸੀਂ ਕਾਲਜ ਦੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹੋ। ਇਹ ਮਾਰਕੀਟ 'ਚ 2 ਤਰੀਕਿਆਂ ਨਾਲ ਹੁੰਦਾ ਵਾ। ਇੱਕ 'ਚ ਕੀ ਹੁੰਦਾ ਵੀ ਕੰਸਲਟੈਂਟ ਜਾਂ ਏਜੰਟ ਆਪਣੇ ਵੱਲੋਂ ਫੀਸ ਬੱਚੇ ਦੀ ਪੇ ਕਰ ਦਿੰਦਾ ਵਾ, ਬੱਚੇ ਨਾਲ ਉੱਕਾ ਪੁੱਕਾ ਪੈਕੇਜ ਕਰ ਲੈਂਦਾ ਵੀ ਤੇਰੇ ਤੋਂ 7-8 ਲੱਖ ਰੁਪਇਆ 9 ਲੱਖ ਰੁਪਇਆ ਲਵਾਂਗੇ, ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ। ਉਹਦੇ ਨਾਲ ਹੁੰਦਾ ਕੀ ਆ, ਜੇ ਕਾਲਜ ਦੀ ਫੀਸ 2 ਲੱਖ 3 ਲੱਖ ਹੈਗੀ ਆ, ਉਹ ਬੱਚੇ ਨੂੰ ਦੁੱਗਣਾ ਤਿੱਗਣਾ ਬਜਟ ਪੈ ਜਾਂਦਾ ਵਾ। ਪਿਛਲੇ ਸਾਲ ਡੇਢ ਸਾਲ ਅਸੀਂ ਨੋਰਮਲ ਪ੍ਰੋਸੈਸ 'ਚ ਫਾਈਲਾਂ ਕਰ ਰਹੇ ਸੀ, ਬਟ ਪੰਗਾ ਕੀ ਸੀਗਾ, ਬੱਚਾ ਕਾਲਜ ਫੀਸ ਪੇ ਕਰ ਦਿੰਦਾ ਸੀ, ਪ੍ਰੋਸੈਸ ਨੂੰ 3 ਮਹੀਨੇ 6 ਮਹੀਨੇ ਲੱਗ ਗਏ, ਫੀਸ ਵਾਪਸ ਨਹੀਂ ਆਉਂਦੀ ਸੀ। ਫਿਰ ਖੁਦਾ ਨਾ ਖਾਸਤਾ ਵੀਜ਼ਾ ਨਹੀਂ ਆਇਆ ਹੈਗਾ, ਫਿਰ 3 ਮਹੀਨੇ ਬਾਅਦ ਫੀਸ ਵਾਪਸ ਆਉਂਦੀ ਸੀ। ਪਿਛਲੇ ਸਾਲ ਡੇਢ ਸਾਲ ਤੋਂ ਬਹੁਤ ਬੱਚਿਆਂ ਦੀ ਫੀਸਾਂ ਜਿਹੜੀਆਂ ਹੈਗੀਆਂ ਫਸੀਆਂ ਹੋਈਆਂ ਸੀ ਕਾਲਜਸ। ਇਨਫੈਕਟ ਮੇਰੇ ਬਹੁਤ ਸਾਰੇ ਸਟੂਡੈਂਟ ਸੀ ਜਿਨ੍ਹਾਂ ਨੂੰ ਸੇਮ ਚੀਜ਼ ਦਾ ਸਾਹਮਣਾ ਕਰਨਾ ਪਿਆ। ਅਤੇ ਹੁਣ ਜਦੋਂ ਵੀਜ਼ਾਜ਼ ਆਉਣੇ ਸਟਾਰਟ ਹੋਏ, ਕਾਲਜਸ ਨਾਲ ਗੱਲ ਕਰਕੇ ਅਸੀਂ ਇੱਕ ਵਿੱਚ ਵਾਲਾ ਰਾਹ ਕੱਢਿਆ ਵੀ ਕਾਲਜ ਨੂੰ ਵੀ ਉਹਨਾਂ ਬੱਚਿਆਂ ਤੱਕ ਮਤਲਬ ਹੁੰਦਾ ਜਿਨ੍ਹਾਂ ਦਾ ਵੀਜ਼ਾ ਆ ਗਿਆ ਕਿ ਉਰੇ ਆ ਕੇ ਪੜ੍ਹਨ ਅਤੇ ਕਲਾਸਿਸ ਜੁਆਇਨ ਕਰਨ। ਬੱਚੇ ਨੂੰ ਮਤਲਬ ਹੁੰਦਾ ਵੀਜ਼ਾ ਆਉਣ ਤੱਕ ਵੀ ਮੇਰੇ ਪੈਸੇ ਚਲੇ ਜਾਣ ਬਟ ਮੇਰੇ ਪੈਸੇ ਬਲੋਕ ਨਾ ਹੋਣ। ਸਾਨੂੰ ਵੀ ਇਸ ਚੀਜ਼ ਨਾਲ ਮਤਲਬ ਹੁੰਦਾ, ਨਾ ਕਾਲਜ ਦੀ ਹਰਾਸਮੈਂਟ ਹੋਵੇ, ਨਾ ਸਾਡੀ ਹਰਾਸਮੈਂਟ ਹੋਵੇ, ਨਾ ਬੱਚੇ ਦੀ ਹੋਵੇ, ਵਿੱਚ ਵਾਲਾ। ਹੁਣ ਉਹ 3 ਕੰਟਰੀਆਂ ਜਿਹੜੀਆਂ ਅਸੀਂ ਇਸ ਇੰਟਰਵਿਊ 'ਚ ਮੈਂਸ਼ਨ ਕਰ ਰਹੇ ਹਾਂ, ਉਹ 'ਚ ਕੀ ਰਾਹ ਕੱਢਿਆ ਵਾ ਵੀ ਤੁਸੀਂ ਆਪਣੀ ਕਾਲਜ ਦੀ ਫੀਸ ਜਦੋਂ ਤੁਹਾਡਾ ਵੀਜ਼ਾ ਸਟੈਂਪ ਹੋ ਕੇ ਆ ਜਾਂਦਾ ਉਸ ਤੋਂ ਬਾਅਦ ਕਾਲਜ ਨੂੰ ਪੇ ਕਰ ਸਕਦੇ ਹੋ। ਸੋ ਕੋਈ ਇਹੋ ਜਿਹੀ ਹੈਡੇਕ ਨਹੀਂ ਰਹਿੰਦੀ ਹੈਗੀ ਕਿ ਫੀਸ ਪੇ ਕਰਤੀ, ਪੈਸੇ ਬਲੋਕ ਹੋ ਗਏ ਜਾਂ ਰਿਜੈਕਸ਼ਨ ਆ ਗਈ, ਕਾਲਜ ਬੰਦ ਹੋ ਗਿਆ। ਸੋ ਇੱਕ 3 ਕੰਟਰੀਜ਼ ਵਾਸਤੇ ਕੁਝ ਲਿਮਿਟਡ ਕਾਲਜ ਐਕਸਕਲੂਸਿਵ ਓਪਰਚੁਨਿਟੀ ਯੂਰੋਕੈਨ ਲੈ ਕੇ ਆਇਆ ਸਟੂਡੈਂਟਸ ਵਾਸਤੇ। ਡਾਇਰੈਕਟ ਵੀ ਤੁਸੀਂ ਅਪਲਾਈ ਕਰੋਗੇ ਤੁਹਾਨੂੰ ਫੁੱਲ ਫੀਸ ਸਾਲ ਦੀ ਯੂਨੀਵਰਸਿਟੀ ਕਾਲਜ ਨੂੰ ਪੇ ਕਰਨੀ ਪਊਗੀ। ਅਸੀਂ ਆਪਣੇ ਐਂਡ 'ਤੇ ਅਸ਼ੋਰੈਂਸ ਲੈ ਕੇ ਇਹ 3 ਕੰਟਰੀਆਂ ਦਾ ਜਿਹੜਾ ਕਾਲਜ ਫੀਸ ਹੈਗਾ ਤੁਸੀਂ ਵੀਜ਼ਾ ਤੋਂ ਬਾਅਦ ਪੇ ਕਰ ਸਕਦੇ ਹੋ। ਸੋ ਇਹ 3 ਕੰਟਰੀਆਂ ਮੈਂ ਚਾਹਾਂਗਾ ਕਿ ਤੁਸੀਂ ਦਰਸ਼ਕਾਂ ਨੂੰ ਇੱਕ ਵਾਰ ਦੱਸ ਦਿਓ। ਇੱਕ ਤਾਂ ਮਾਲਟਾ ਆ ਗਈ ਹੈ ਨਾ, ਅਤੇ ਇਟਲੀ ਆ ਗਈ, ਅਤੇ ਹੋਰ ਉਹ ਜੀ 3 ਕੰਟਰੀਆਂ ਜਰਮਨੀ ਹੋ ਗਿਆ, ਮਾਲਟਾ ਹੋ ਗਿਆ, ਇਟਲੀ ਹੋ ਗਿਆ। ਜਰਮਨੀ ਵਰਲਡ ਦੇ ਸਟਰੋਂਗੈਸਟ ਇਕੋਨਮੀਜ਼, ਸਟਰੋਂਗੈਸਟ ਪਾਸਪੋਰਟ ਦੇ ਵਿੱਚੋਂ ਗਿਣਿਆ ਜਾਣ ਵਾਲਾ ਦੇਸ਼। ਅੱਛੇ ਆਪਸ਼ਨਸ ਹੈਗੇ, ਤੁਸੀਂ ਬੈਚਲਰ ਮਾਸਟਰ ਲਈ ਪੜ੍ਹਨ ਜਾਣਾ ਚਾਹੁੰਦੇ ਹੋ, 2-3 ਲੱਖ ਰੁਪਏ ਤੋਂ ਫੀਸ ਸਟਾਰਟ ਹੋ ਕੇ 4-4.5 ਲੱਖ ਤੱਕ ਰਹਿੰਦੀ ਆ। 8 ਲੱਖ ਰੁਪਇਆ ਬਲੋਕ ਅਕਾਊਂਟ ਸ਼ੋਅ ਕਰਨ ਹੁੰਦਾ, ਜਿਵੇਂ ਕੈਨੇਡਾ ਦੇ ਵਿੱਚ ਤੁਸੀਂ GIC ਸ਼ੋਅ ਕਰਦੇ ਹੋ। 18 ਮਹੀਨੇ ਦਾ ਪੋਸਟ ਸਟੱਡੀ ਵਰਕ ਪਰਮਿਟ ਦਿੰਦਾ ਜਰਮਨੀ, 5 ਸਾਲ ਬਾਅਦ ਤੁਸੀਂ PR ਅਪਲਾਈ ਕਰ ਸਕਦੇ ਹੋ। ਸੋ ਇੱਕ ਮੁਲਕ ਹੈਗਾ ਜਰਮਨੀ ਜਿਹਦੇ ਵਿੱਚ ਤੁਸੀਂ ਸੇਮ ਪ੍ਰੋਸੈਸ ਕਰ ਸਕਦੇ ਹੋ। ਫੀਸ ਕਦੋਂ ਪੇ ਕਰਨੀ? ਜਦੋਂ ਵੀਜ਼ਾ ਸਟੈਂਪ ਹੋ ਕੇ ਆ ਗਿਆ। ਇਟਲੀ ਵੀ ਸੇਮ ਸ਼ੈਨਗਨ ਦੇਸ਼ ਆ, 2 ਤੋਂ 6 ਲੱਖ ਫੀਸ ਹੈਗੀ ਆ। ਉਹਦੇ ਵਿੱਚ ਵੀ ਬੈਚਲਰਸ ਮਾਸਟਰਸ ਦੇ ਆਪਸ਼ਨ ਨੇ, +2 ਤੋਂ ਬਾਅਦ ਬੈਚਲਰਸ ਤੋਂ ਬਾਅਦ ਅਪਲਾਈ ਕਰ ਸਕਦੇ ਹੋ। ਮਾਲਟਾ ਵੀ ਸ਼ੈਨਗਨ ਦੇਸ਼ ਆ, 3 ਤੋਂ ਲੈ ਕੇ 6 ਲੱਖ ਫੀਸ ਆ, +2 ਬੈਚਲਰਸ ਤੋਂ ਬਾਅਦ ਅਪਲਾਈ ਕਰ ਸਕਦੇ ਹੋ। ਸੋ ਇਹ 3 ਕੰਟਰੀਆਂ ਅਸੀਂ ਸਟੂਡੈਂਟਸ ਵਾਸਤੇ ਸਟਾਰਟ ਕੀਤੀਆਂ ਨੇ, ਜਿਨ੍ਹਾਂ 'ਚ ਪਹਿਲਾਂ ਕੀ ਹੁੰਦਾ ਸੀਗਾ, ਮਾਲਟਾ ਤੁਸੀਂ 1 ਸਾਲ ਦੀ ਫੀਸ ਪੇ ਕਰਨੀ ਆ, ਇਟਲੀ ਸਾਲ ਦੀ ਜਾਂ 6 ਮਹੀਨੇ ਦੀ ਫੀਸ ਪੇ ਕਰਨੀ ਆ, ਜਰਮਨੀ ਘੱਟੋ ਘੱਟ 2 ਜਾਂ 3 ਲੱਖ ਪੇ ਕਰਨਾ। ਹੁਣ ਇਹਨਾਂ ਕੇਸਿਸ ਦੇ ਵਿੱਚ ਤੁਸੀਂ ਕਾਲਜ ਦੀ ਫੀਸ ਨਹੀਂ ਦੇਣੀ ਹੈਗੀ, ਤੁਸੀਂ ਜੋ ਨੋਮੀਨਲ ਐਪਲੀਕੇਸ਼ਨ ਫੀਸ ਹੋ ਗਿਆ, ਐਮਬੈਸੀ ਫੀਸ ਹੋ ਗਿਆ, ਪੇ ਕਰਕੇ ਆਪਣੀ ਫਾਈਲ ਲਾ ਸਕਦੇ ਹੋ। ਅਤੇ ਜਦੋਂ ਤੁਹਾਡਾ ਵੀਜ਼ਾ ਸਟੈਂਪ ਹੋ ਕੇ ਆ ਜਾਂਦਾ ਉਸ ਤੋਂ ਬਾਅਦ ਆਪਣੀ ਫੀਸ ਪੇ ਕਰ ਸਕਦੇ ਹੋ। ਸੋ ਇਸ ਦੀਆਂ ਅਮਨ ਜੀ ਰਿਕੁਆਇਰਮੈਂਟਸ ਕੀ ਰਹਿੰਦੀਆਂ ਨੇ? ਕਿਉਂਕਿ ਰਿਕੁਆਇਰਮੈਂਟਸ ਦੇ ਉੱਤੇ ਆ ਕੇ ਕਈ ਵਾਰੀ ਗਰਾਰੀ ਫਸਦੀ ਹੈ, ਪੂਰੀਆਂ ਹੋਣੀਆਂ ਬਹੁਤ ਜ਼ਰੂਰੀ ਨੇ।
ਜਰਮਨੀ ਵਾਸਤੇ +2 ਕੀਤੀ ਹੋਵੇ 40% ਤੋਂ ਉੱਪਰ ਨੰਬਰ ਹੋਣ, ਗ੍ਰੈਜੂਏਸ਼ਨ 'ਚ 50%, ਗੈਪ ਦੀ ਕੋਈ ਪ੍ਰੋਬਲਮ ਨਹੀਂ ਬਟ ਜਸਟੀਫਾਈਡ ਹੋਵੇ। ਮਾਲਟਾ ਵਾਸਤੇ ਵੀ 50% ਤੋਂ ਉੱਪਰ ਨੰਬਰ ਹੋਣ, ਇੰਗਲਿਸ਼ ਅੱਛੀ ਬੋਲ ਲੈਂਦੇ ਹੋ। ਇਟਲੀ ਵਾਸਤੇ ਵੀ 50-55% ਤੋਂ ਉੱਪਰ ਨੰਬਰ ਹੋਣ, ਇੰਗਲਿਸ਼ ਅੱਛੀ ਬੋਲ ਲੈਂਦੇ ਹੋ। ਸੋ ਲਾਸਟ ਪੜ੍ਹਾਈਆਂ ਦੇ ਵਿੱਚ 50-55% ਐਵਰੇਜ ਜਿਹੜੀ ਹੈਗੀ ਪਰਸੈਂਟੇਜ ਚੱਲ ਜਾਂਦੀ ਆ। ਅੱਛਾ, ਜਿਵੇਂ ਹੁਣ ਤੁਸੀਂ ਗੈਪ ਦੀ ਗੱਲ ਕੀਤੀ ਹੈ, ਗੈਪ ਬਾਰੇ ਵੀ ਗੱਲ ਕਰਾਂਗੇ, ਬਟ ਤੁਸੀਂ ਇੰਗਲਿਸ਼ ਦੀ ਗੱਲ ਕੀਤੀ ਹੈ ਕਿ ਇੰਗਲਿਸ਼ ਚੰਗੀ ਹੋਣੀ ਚਾਹੀਦੀ ਹੈ। ਸੋ ਪੰਜਾਬੀਆਂ ਨੂੰ ਇਹ ਚੈਲੰਜ ਤਾਂ ਰਹਿੰਦਾ ਹੀ ਹੈ, ਇਸੇ ਲਈ ਇੰਗਲਿਸ਼ ਟੈਸਟਿੰਗ ਕੋਰਸ ਵੀ ਹੁੰਦਾ, ਆਈਲੈਟਸ ਹੁੰਦਾ, ਕਈ ਕੰਟਰੀਜ਼ ਦੇ ਲਈ ਬਹੁਤ ਮੈਂਡੇਟਰੀ ਹੈਗਾ। ਸੋ ਕੀ ਇੱਥੇ ਵੀ ਮੈਂਡੇਟਰੀ ਹੈ? ਨਹੀਂ, ਆਇਲਸ ਇਹਨਾਂ ਕੰਟਰੀਆਂ ਦੇ ਵਿੱਚ ਰਿਕੁਆਇਰਡ ਨਹੀਂ ਹੈਗਾ। ਬੇਸਿਕ ਜੋ ਇਹਨਾਂ ਦਾ ਪ੍ਰੋਸੈਸ ਕੀ ਹੈਗਾ, ਇਹਨਾਂ ਨੂੰ ਸਟੂਡੈਂਟ ਦੇ ਪਰਸੈਂਟੇਜ ਜ਼ਿਆਦਾ ਨਹੀਂ ਜਾਂਦੇ ਹੈਗੇ, ਉਹਦਾ ਗੈਪ ਵੀ 8-8 10-10 12-12 ਸਾਲ ਦਾ ਚੱਲ ਜਾਂਦਾ। ਮੇਜਰ ਜੋ ਇਹ ਚੀਜ਼ ਦੇਖਦੇ ਨੇ, ਇੱਕ ਸਟੂਡੈਂਟ ਇੰਗਲਿਸ਼ ਬੋਲ ਲੈਂਦਾ ਹੋਵੇ ਤਾਂ ਕਿ ਉੱਥੇ ਆ ਕੇ ਪੜ੍ਹ ਸਕੇ। ਸੈਕਿੰਡ, ਜੈਨੂਇਨ ਪੜ੍ਹਨ ਵਾਲਾ ਸਟੂਡੈਂਟ ਹੋਵੇ, ਉਹਦਾ ਮੋਟਿਵ ਹੋਵੇ ਮੈਂ ਉੱਥੇ ਜਾ ਕੇ ਪੜ੍ਹਨਾ ਤੇ ਆਪਣੀ ਪੜ੍ਹਾਈ ਪੂਰੀ ਕਰਨੀ ਹੈ। ਜੇ ਇੰਗਲਿਸ਼ ਨਹੀਂ ਬੋਲਦਾ ਬਟ ਆਬਵੀਅਸ ਆ ਪੜ੍ਹਨ ਵਾਲਾ ਸਟੂਡੈਂਟ ਨਹੀਂ ਹੋਏਗਾ। ਸੋ ਇਹ ਦੋ ਬੇਸਿਕ ਰਿਕੁਆਇਰਮੈਂਟ ਹੈਗੀਆਂ। ਗੈਪ ਦੀ ਜੋ ਗੱਲ ਆਉਂਦੀ ਆ, ਮਾਲਟਾ ਦੇ ਵਿੱਚ 5 7 8 10 12 ਸਾਲ ਦੇ ਗੈਪ ਨਾਲ ਸਟੂਡੈਂਟ ਨੂੰ ਵੀਜ਼ਾ ਮਿਲੇ ਨੇ, ਪਰ ਗੈਪ ਜਸਟੀਫਾਈਡ ਹੋਵੇ। ਤੁਸੀਂ ਕੁਝ ਕੰਮ ਕਰ ਰਹੇ ਸੀ, ਜੌਬ ਕਰ ਰਹੇ ਸੀ, ਬਿਜ਼ਨਸ ਕਰ ਰਹੇ ਸੀ, ਖੇਤੀਬਾੜੀ ਦਾ ਕੁਝ ਕੰਮ ਕਰ ਰਹੇ ਸੀ, ਕੋਈ ਕੋਰਸ ਕਰ ਰਹੇ ਸੀ। ਇਹ ਨਹੀਂ ਕਹਿ ਸਕਦੇ ਮੈਂ 10 ਸਾਲ ਵਿਹਲਾ ਸੀ। ਹੁਣ ਕਈ ਵਾਰ ਬੱਚੇ ਐਡ ਦੇਖ ਕੇ ਆ ਜਾਂਦੇ ਨੇ, ਕਹਿ ਦਿੰਦੇ ਨੇ ਤੁਸੀਂ ਕਿਹਾ ਸੀ ਗੈਪ ਐਕਸੈਪਟਡ ਵਾ, ਮੈਂ ਤਾਂ ਜੀ 10 ਸਾਲ ਤੋਂ ਵਿਹਲਾ ਵਾਂ, ਮੇਰਾ ਗੈਪ ਐਕਸੈਪਟ ਕਰੋ। ਗੈਪ ਸਿਰਫ ਉਹ ਐਕਸੈਪਟ ਹੋਏਗਾ ਜਿਹਦੀ ਤੁਸੀਂ ਕੋਈ ਜਸਟੀਫਿਕੇਸ਼ਨ ਦੇ ਪਾਓ ਵੀ ਉਸ ਟਾਈਮ ਪੀਰੀਅਡ ਦੇ ਵਿੱਚ ਤੁਸੀਂ ਕੀ ਕਰ ਰਹੇ ਸੀਗੇ। ਸੋ ਜਸਟੀਫਿਕੇਸ਼ਨ ਦੇ ਵਿੱਚ ਕੀ ਚੀਜ਼ ਆਉਂਦੀ ਹੈ, ਲਾਈਕ ਕਿਸ ਤਰੀਕੇ ਦੇ ਨਾਲ, ਲਾਈਕ ਈਅਰ ਟੂ ਈਅਰ ਤੁਹਾਨੂੰ ਦੇਣੀ ਪਏਗੀ ਐਗਜ਼ੈਕਟ ਕਿ ਤੁਸੀਂ ਕਿਤੇ ਵਰਕਿੰਗ ਸੀਗੇ ਜਾਂ ਤੁਸੀਂ ਕੋਈ ਸਟੱਡੀ ਕਰ ਰਹੇ ਸੀ ਛੋਟੀ ਮੋਟੀ, ਜਾਂ ਕੋਈ ਵੀ ਚੀਜ਼ ਵਟਐਵਰ ਤੁਸੀਂ ਜੋ ਵੀ ਕਰ ਰਹੇ ਸੀ, ਤਾਂ ਉਹਨੂੰ ਕਿਸ ਤਰੀਕੇ ਦੇ ਨਾਲ, ਕਿਸ ਰੂਪ ਰੇਖਾ ਦੇ ਵਿੱਚ ਦੇਣਾ ਪਏਗਾ? ਕਿ ਕੁਝ ਰਿਟਨ ਬਣਾਉਣਾ ਪਏਗਾ, ਕੋਈ ਐਫੀਡੇਵਿਟਸ ਬਣਨਗੇ, ਕੀ ਹੋਊਗਾ? ਨਾਰਮਲ ਕਿਸੇ ਵੀ ਕੰਪਨੀ ਤੋਂ ਲੈਟਰ ਹੈਡ ਤੇ ਵਰਕ ਐਕਸਪੀਰੀਅੰਸ ਲੈ ਕੇ ਦੇ ਸਕਦੇ ਹੋ। ਨਾਰਮਲੀ ਬਣਵਾਉਣਾ ਜਾਂ ਬਣਾਉਣਾ ਇੰਨਾ ਔਖਾ ਨਹੀਂ ਹੁੰਦਾ। ਤੁਸੀਂ ਮੰਨ ਲਓ ਕੋਈ ਖੇਤੀਬਾੜੀ ਕਰ ਰਿਹਾ, ਤੁਸੀਂ ਆਪਣੀ ਫਰਮ ਦਾ ਦੇ ਸਕਦੇ ਹੋ। ਕੋਈ ਫੈਕਟਰੀ ਹੈਗੀ, ਕੋਈ ਦੁਕਾਨ ਹੈਗੀ, ਕੁਝ ਵੀ ਹੈਗਾ, ਤੁਸੀਂ ਆਪਣਾ ਲੈਟਰ ਹੈਡ ਤੇ ਖਾਲੀ ਲਿਖਵਾ ਕੇ ਦੇਣਾ ਹੁੰਦਾ। ਉਹਦੇ ਨਾਲ ਐਮਬੈਸੀ ਨੂੰ ਕੀ ਹੁੰਦਾ, ਮੰਨ ਲਓ ਇਹਦੀ ਬੱਚੇ ਦੀ 15 ਚ +2 ਕੀਤੀ ਆ, 5 ਸਾਲ ਫਾਦਰ ਨਾਲ ਜਰਨਲ ਸਟੋਰ ਤੇ ਜਾਂ ਹਾਰਡਵੇਅਰ ਸਟੋਰ ਤੇ ਜਾਂ ਖੇਤੀਬਾੜੀ ਦੇ ਕੰਮ 'ਚ ਹੈਲਪ ਕਰ ਰਿਹਾ ਸੀ, ਉਹ ਐਕਸਪੀਰੀਅੰਸ ਤੁਹਾਡਾ ਜਸਟੀਫਾਈ ਹੋ ਜਾਂਦਾ। ਤੇ ਜੇ ਤੁਸੀਂ ਕਹੋ ਮੈਂ 5 ਸਾਲ ਵਿਹਲਾ ਸੀਗਾ, ਫਿਰ ਉਹ ਵੀਜ਼ਾ ਆਫਿਸਰ ਇਹੀ ਚੀਜ਼ ਕਹਿੰਦਾ ਵੀ ਜੇ ਤੂੰ 5 ਸਾਲ ਵਿਹਲਾ ਸੀ, ਹੁਣ ਤੇਰੀ ਕੀ ਆਤਮਾ ਜਾਗ ਗਿਆ ਪੜ੍ਹਨ ਵਾਸਤੇ, ਵੀ 5 ਸਾਲ ਬਾਅਦ ਪੜ੍ਹਨ ਲਈ ਚੱਲਾ। ਸੋ ਗੈਪ ਜਿਹੜਾ ਹੈਗਾ ਜਸਟੀਫਾਈਡ ਹੋਣਾ ਚਾਹੀਦਾ ਵਾ। ਗੈਪ ਜਸਟੀਫਾਈ ਹੋਣਾ ਜ਼ਰੂਰੀ ਹੈ। ਤੇ ਜਿਵੇਂ ਤੁਸੀਂ ਗੱਲ ਕਹੀ ਕਿ ਆਪਾਂ ਕਿਸੇ ਲੈਟਰ ਹੈਡ ਦੇ ਉੱਤੇ ਐਕਸਪੀਰੀਅੰਸ ਦੇ ਸਕਦੇ ਹਾਂ ਜਾਂ ਕੁਝ ਵੀ, ਤਾਂ ਕੁਛ ਇਹਦੇ ਵਿੱਚ ਫਰਜ਼ੀ ਚੀਜ਼ਾਂ ਵੀ ਆ ਜਾਂਦੀਆਂ। ਤੁਹਾਡੇ ਕੋਲ ਕੋਈ ਲੈ ਕੇ ਆ ਜਾਵੇ ਅਤੇ ਉਹ ਕੋਈ ਰਿਕੋਗਨਾਈਜ਼ਡ ਕੰਪਨੀ ਨਾ ਹੋਵੇ ਜਾਂ ਕੁਛ ਹੈ, ਤਾਂ ਉਹ ਕਿਵੇਂ ਉਸ ਦੀ ਛਾਣਬੀਨ ਇੱਥੇ ਹੀ ਹੋ ਜਾਂਦੀ ਹੈ, ਅੱਗੇ ਕੋਈ ਦਿੱਕਤ ਨਾ ਆਵੇ ਸਟੂਡੈਂਟ? ਇਹਦੇ ਵਿੱਚ ਸਾਡੇ ਵੱਲੋਂ ਵੀ ਵੈਰੀਫਿਕੇਸ਼ਨ ਹੁੰਦੀ ਹੈ। ਇਨਫੈਕਟ ਅੰਬੈਸੀਜ਼ ਵੀ ਕਾਲ ਕਰਕੇ ਪੁੱਛਦੀਆਂ ਨੇ। ਸੋ ਕੋਸ਼ਿਸ਼ ਕਰੋ ਫੇਕ ਡਾਕੂਮੈਂਟ ਨਾ ਲਓ। ਹਾਂ, ਤੁਸੀਂ ਜੇ ਤੁਸੀਂ ਆਪਣਾ ਜਾਣਕਾਰ ਹੈਗਾ, ਰਿਸ਼ਤੇਦਾਰ ਹੈਗਾ, ਉਹ ਤੋਂ ਬਣਵਾ ਜ਼ਰੂਰ ਸਕਦੇ ਹੋ। ਮੈਂ ਔਨ ਦਾ ਰੋਲ ਹੀ ਕਹਿ ਰਿਹਾ ਚੀਜ਼, ਪਰ ਕੋਸ਼ਿਸ਼ ਕਰੋ ਆਪਣੇ ਵੱਲੋਂ ਨਾ ਬਣਾਇਆ ਕਰੋ। ਜਿਵੇਂ ਫਲਾਣਾ ਫੈਕਟਰੀ ਮੈਨੂਫੈਕਚਰਿੰਗ ਬਣਾਤੀ, ਨਾ ਉਹ ਕੰਪਨੀ ਐਗਜ਼ਿਸਟ ਕਰਦੀ ਹੈ, ਨਾ ਉਹਨਾਂ ਦਾ ਨੰਬਰ ਐਗਜ਼ਿਸਟ ਕਰਦਾ, ਆਪਣਾ ਹੀ ਦੂਜਾ ਮੋਬਾਈਲ ਨੰਬਰ ਪਾਤਾ ਵੀ ਕਾਲ ਆਊਗੀ, ਵੈਰੀਫਾਈ ਕਰ ਦਾਂਗੇ। ਉਹ ਚੀਜ਼ਾਂ ਛੇਤੀ ਪਕੜ ਦੇ ਵਿੱਚ ਆ ਜਾਂਦੀਆਂ। ਬਹੁਤ ਸਟੂਡੈਂਟ ਅੱਜ ਕੱਲ੍ਹ ਕੀ ਕਰ ਰਹੇ ਨੇ, ਜਿਹੜੇ ਪ੍ਰਾਈਵੇਟ ਕੰਪਿਊਟਰ ਸੈਂਟਰਸ ਦੇ ਡਿਪਲੋਮਾ ਹੋ ਗਏ, ਪਰਚੂਨ ਦੇ ਭਾਅ 'ਤੇ 6 ਡਿਪਲੋਮੇ ਬਣਵਾ ਲਏ 6 ਸਾਲ ਦਾ ਗੈਪ ਕਰਨ ਲਈ। ਉਹ ਅਵੋਇਡ ਕਰਿਆ ਕਰੋ। ਉਹ ਜਲਦੀ ਨਿਗਾਹ ਦੇ ਵਿੱਚ ਆਉਂਦੇ ਨੇ, ਕਿਉਂਕਿ ਜਿਹੜੇ ਕਹਿੰਦੇ ਨੇ ਬਦਨਾਮ ਜਿਹੜੇ ਹੁੰਦੇ ਨੇ ਉਹ ਛੇਤੀ ਨਿਗਾਹ ਦੇ ਵਿੱਚ ਆ ਜਾਂਦੇ ਨੇ। ਜਿਹੜੇ ਗਲਤ ਲੈਟਰ ਹੈਡ ਹੋ ਗਏ, ਜਾਲੀ ਬਣਾਏ ਹੋਏ ਪ੍ਰਾਈਵੇਟ ਡਿਪਲੋਮਾਸ ਹੋ ਗਏ, ਜਿਹੜੇ ਇੰਸਟੀਟਿਊਟ ਬਲਕ ਦੇ, ਕਿਉਂਕਿ ਜੇ ਕੋਈ ਕਾਲਜ ਇੰਸਟੀਟਿਊਟ ਪ੍ਰਾਈਵੇਟ ਜਿਹੜਾ ਹੈਗਾ 5-10 ਹਜ਼ਾਰ 'ਚ ਵਰਕ ਐਕਸਪੀਰੀਅੰਸ ਦੇ ਰਿਹਾ, ਡਿਪਲੋਮਾ ਦੇ ਰਿਹਾ, ਉਹ ਬਟ ਆਬਵੀਅਸ ਆ ਤੁਹਾਨੂੰ ਇਕੱਲਿਆਂ ਨੂੰ ਨਹੀਂ ਦੇ ਰਿਹਾ, ਹੋਰਾਂ ਨੂੰ ਵੀ ਦੇ ਰਿਹਾ ਹੋਏਗਾ। ਜੇ ਅੰਬੈਸੀ ਦੇਖੂਗੀ ਪਟਿਆਲੇ ਦਾ ਸਟੂਡੈਂਟ ਆ, ਜਲੰਧਰ ਦਾ ਡਿਪਲੋਮਾ ਚੱਕੀ ਫਿਰਦਾ ਵਾ, ਜਲੰਧਰ ਦਾ ਸਟੂਡੈਂਟ ਆ, ਚੰਡੀਗੜ੍ਹ ਦਾ ਡਿਪਲੋਮਾ ਚੱਕੀ ਫਿਰਦਾ, ਉਹ ਪੁੱਛ ਸਕਦੇ ਨੇ ਭਾਈ ਤੂੰ ਪੜ੍ਹਦਾ ਆਹ ਸ਼ਹਿਰ ਦੇ ਵਿੱਚ, ਤੂੰ ਦੂਜੇ ਸ਼ਹਿਰ ਡਿਪਲੋਮਾ ਕਰਨ ਕਿਵੇਂ ਜਾਂਦਾ ਸੀ। ਫਿਰ ਖੁਦਾ ਨਾ ਖਾਸਾ ਉਹਨਾਂ ਨੇ ਇੱਕ ਅੱਧਾ ਸਵਾਲ ਪੁੱਛ ਲਿਆ ਤੁਹਾਡੇ ਕੋਰਸ ਸਬਜੈਕਟ ਦੇ ਵਿੱਚੋਂ, ਆਪਾਂ ਨੂੰ ਤਾਂ ਪਤਾ ਨਹੀਂ ਹੁੰਦਾ ਕਿ ਆਪਾਂ ਪੈਸੇ ਦੇ ਕੇ, ਮੇਰੇ ਬਹੁਤ ਸਾਰੇ ਸਟੂਡੈਂਟ ਨਿਗਾਹ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਨੇ ਡਿਪਲੋਮਾ ਬਣਾਏ ਹੁੰਦੇ ਨੇ, ਫਿਰ ਉੱਥੇ ਖਾਲੀ ਰਿਜੈਕਸ਼ਨ ਨਹੀਂ ਲੱਗਦੀ, ਬੈਨ ਅਲੱਗ ਤੋਂ ਲੱਗਦਾ ਵਾ। ਸੋ ਗੈਪ ਕਰਨਾ, ਕਵਰ ਕਰਨਾ ਇੰਨਾ ਔਖਾ ਕੰਮ ਨਹੀਂ ਹੁੰਦਾ ਹੈਗਾ ਜਿੰਨਾ ਆਪਾਂ ਬਣਾ ਲੈਂਦੇ ਹਾਂ। ਆਪਣਾ ਦਿਮਾਗ, ਆਪਣੀ ਸ਼ਾਤਰਦਾਰੀ ਕਰਨ ਤੋਂ ਪਹਿਲਾਂ ਕੰਸਲਟੈਂਟ ਨਾਲ ਡਿਸਕਸ ਕਰ ਲਿਆ ਕਰੋ। ਸ਼ਾਇਦ ਬਿਨਾਂ ਪੈਸੇ ਖਰਚੇ, ਬਿਨਾਂ ਤੁਹਾਡਾ ਕੋਈ ਫੇਕ ਡਾਕੂਮੈਂਟ ਲਾਏ, ਤੁਹਾਨੂੰ ਕੋਈ ਉਹਦਾ ਸਿੰਪਲ, ਜਿਵੇਂ ਆਇਲਸ ਕਰ ਰਿਹਾ ਕੋਈ ਸਟੂਡੈਂਟ 6 ਮਹੀਨੇ ਜੇ ਆਇਲਸ ਕਰ ਰਿਹਾ ਸੀ, ਉਹਦਾ ਗੈਪ ਸ਼ੋਅ ਕਰਨ ਦੀ ਲੋੜ ਨਹੀਂ ਤਾਂ ਸਟੂਡੈਂਟ 6 ਮਹੀਨੇ ਦਾ ਡਿਪਲੋਮਾ ਅਲੱਗ ਤੋਂ ਬਣਾ ਲੈਂਦੇ ਨੇ। ਫਿਰ ਆਇਲਸ ਵੀ ਸ਼ੋਅ ਕਰ ਰਹੇ ਹੋ, ਡਿਪਲੋਮਾ ਵੀ ਸ਼ੋਅ ਕਰ ਰਹੇ ਹੋ, ਕ੍ਰਾਸ ਕਾਂਟਰਾਡਿਕਟਰੀ ਹੋ ਜਾਂਦਾ। ਸੋ ਡਿਸਕਸ ਕਰ ਲਿਆ ਕਰੋ। ਸਾਡੇ ਐਂਡ ਤੇ ਅਸੀਂ ਉਹਦਾ ਬੈਸਟ ਸੋਲੂਸ਼ਨ ਜੋ ਹੈਗਾ ਬਿਨਾਂ ਖਰਚੇ ਤੇ ਗਾਈਡ ਕਰ ਸਕਦੇ ਹੁੰਦੇ ਹਾਂ। ਜੀ, ਹੁਣ ਮੈਂ ਇਹੀ ਅਗਲਾ ਸਵਾਲ ਮੇਰਾ ਤੁਸੀਂ ਲੈ ਗਏ, ਮੈਂ ਇਹੀ ਪੁੱਛਣ ਵਾਲਾ
ਵਾਲਾ ਸੀਗਾ ਕਿ ਯੂਰੋ ਕੈਨ ਕਿੰਨੀ ਹੈਲਪ ਕਰਦਾ ਇਸ ਦੇ ਵਿੱਚ, ਕਿ ਜਦੋਂ ਗੈਪ ਆਉਂਦਾ ਹੈ ਜਾਂ ਉਹਨੂੰ ਪ੍ਰੋਪਰਲੀ ਕਰਨਾ ਹੁੰਦਾ ਤਾਂ ਉਹ ਤੁਸੀਂ ਦੱਸ ਹੀ ਦਿੱਤਾ ਕਿ ਤੁਸੀਂ ਉਹਦੇ ਵਿੱਚ ਹੈਲਪ ਕਰਦੇ ਹੋ। ਮੈਂ ਪਿਛਲੀ ਗੱਲ 'ਤੇ ਦੁਬਾਰਾ ਆਊਂਗਾ। ਆਪਾਂ ਗੱਲ ਕੀਤੀ ਕਿ ਇਹਨਾਂ ਕੰਟਰੀਜ਼ ਦੇ ਵਿੱਚ ਆਈਲੈਟਸ ਦੀ ਜ਼ਰੂਰਤ ਨਹੀਂ ਪੈਂਦੀ। ਸੋ ਇਹ ਦੇਖਿਆ ਜਾਂਦਾ ਹੈ ਕਿ ਇੱਕ ਸਟੂਡੈਂਟ ਦਾ ਇੰਗਲਿਸ਼ ਬੋਲਣ ਦਾ ਲੈਵਲ ਥੋੜ੍ਹਾ ਬੈਟਰ ਹੋਵੇ। ਸੋ ਉਸ ਨੂੰ ਕਿਵੇਂ ਅਸੀਂ ਮੇਜਰ ਕਰਾਂਗੇ ਕਿ ਕਿੰਨਾ ਕੁ ਬੈਟਰ ਹੋਣਾ ਚਾਹੀਦਾ ਹੈ, ਕਿੰਨੀ ਕੁ ਤਿਆਰੀ ਸਟੂਡੈਂਟ ਨੂੰ ਕਰਨੀ ਚਾਹੀਦੀ ਹੈ? ਕਿਉਂਕਿ ਸਮਹਾਓ ਇਹ ਵੀ ਰਿਐਲਿਟੀ ਹੈ ਕਿ ਜਦੋਂ ਆਈਲੈਟਸ ਦੀ ਤਿਆਰੀ ਹੋ ਰਹੀ ਹੁੰਦੀ ਹੈ ਤਾਂ ਸਟੂਡੈਂਟ ਫਿਰ ਵੀ ਆਪਣੀ ਪ੍ਰੈਪਰੇਸ਼ਨ ਕਰਦਾ ਹੈ, ਥੋੜ੍ਹਾ ਇੰਗਲਿਸ਼ ਦੇ ਵਿੱਚ ਆਪਣੇ ਆਪ ਨੂੰ ਪ੍ਰੀਪੇਅਰ ਕਰਦਾ। ਬਟ ਜਦੋਂ ਪਤਾ ਹੈ ਕਿ ਆਪਾਂ ਟੈਸਟ ਨਹੀਂ ਦੇਣਾ, ਸੋ ਕਈ ਵਾਰੀ ਇੰਨੀ ਪ੍ਰੈਪਰੇਸ਼ਨ ਨਹੀਂ ਹੋ ਪਾਉਂਦੀ, ਤਾਂ ਉਸ ਦੇ ਲਈ ਤੁਸੀਂ ਕਿਹੜਾ ਬੈਂਚਮਾਰਕ ਸੈੱਟ ਕਰਦੇ ਹੋ ਕਿ ਕਿਵੇਂ ਤਿਆਰੀ ਕੀਤੀ ਜਾਵੇ? ਦੇਖੋ, ਇਹਨਾਂ ਕੰਟਰੀਆਂ ਦੇ ਵਿੱਚ ਜੇ ਮੈਂ ਆਇਲਸ ਦੀ ਭਾਸ਼ਾ 'ਚ ਗੱਲ ਕਰਾਂ, ਜਿਹਦੀ ਇੰਗਲਿਸ਼ 4.5 5.5 ਲੈਵਲ ਦੀ ਹੈਗੀ ਆ, ਉਹਨੂੰ ਵੀਜ਼ਾ ਆਰਾਮ ਨਾਲ ਮਿਲ ਸਕਦਾ। ਅੱਜ ਦੇ ਟਾਈਮ 'ਚ ਪੰਜਾਬ 'ਚ ਜੇ ਮੈਂ 70-80% ਸਟੂਡੈਂਟ ਦੀ ਗੱਲ ਕਰਾਂ, ਬਹੁਤ ਵਧੀਆ ਨੂੰ ਛੱਡ ਕੇ +2 ਵਾਲੇ ਬੱਚਿਆਂ ਦਾ, ਪੰਜਾਬ ਬੋਰਡ ਵਾਲਿਆਂ ਦਾ ਐਵਰੇਜ ਸਕਿੱਲ ਸੈੱਟ 5 5.5 6 ਦੇ ਵਿੱਚ ਹੁੰਦਾ। ਨਾ ਕੋਈ ਬਹੁਤੇ ਘੱਟ ਹੁੰਦੇ, ਨਾ ਬਹੁਤੇ ਕੋਈ ਜ਼ਿਆਦਾ ਹੁੰਦੇ ਨੇ। ਇੰਨੀ ਕੁ ਇੰਗਲਿਸ਼ ਤੁਸੀਂ 10-15 ਦਿਨ, ਮਹੀਨੇ ਦੀ ਤਿਆਰੀ ਕਰਕੇ, ਆਇਲਸ ਵੀ ਆਪਣੇ ਆਪ 'ਚ ਕੋਈ ਕੋਰਸ ਤਾਂ ਹੈ ਨਹੀਂ ਗਾ, ਇੱਕ ਦਿਨ ਦਾ ਐਗਜ਼ਾਮ ਆ, ਉਹ ਕਦੇ ਵੱਧ ਵੀ ਆ ਸਕਦੇ, ਕਦੇ ਘੱਟ ਵੀ ਆ ਸਕਦੇ ਨੇ। ਜੇ ਐਗਜ਼ਾਮ ਸੌਖੇ ਚੀਜ਼ਾਂ ਆ ਗਈਆਂ, ਸਕੋਰ ਵਧੀਆ ਆ ਜਾਊਗਾ, ਜੇ ਔਖਾ ਆ ਗਿਆ ਘੱਟ ਆ ਜਾਊਗਾ। ਸੋ ਬੇਸਿਕ ਅਪਲਾਈ ਜਦੋਂ ਕਰਦੇ ਹੋ ਤੁਸੀਂ, ਮਾਲਟਾ ਕਰਦੇ ਹੋ, ਜਰਮਨੀ ਕਰਦੇ ਹੋ, ਇਟਲੀ ਕਰਦੇ ਹੋ, ਜਾਂ ਕਿਸੇ ਹੋਰ ਦੇਸ਼ ਕਰਦੇ ਹੋ, ਮਹੀਨੇ ਤੋਂ 3 ਮਹੀਨੇ ਪ੍ਰੋਸੈਸ ਨੂੰ ਲੱਗ ਜਾਂਦੇ ਹੁੰਦੇ ਨੇ। ਸੋ ਕੋਸ਼ਿਸ਼ ਕਰਿਆ ਕਰੋ, ਅਸੀਂ ਸਟੂਡੈਂਟ ਦੀ ਇੰਟਰਵਿਊ ਪ੍ਰੈਪਰੇਸ਼ਨ ਕਰਵਾਉਂਦੇ ਹਾਂ, ਨਾਲੋਂ ਨਾਲ ਸਪੋਕਨ ਇੰਗਲਿਸ਼ ਦੀਆਂ ਜਾਂ ਐਮਬੈਸੀ ਇੰਟਰਵਿਊ ਪ੍ਰੈਪਰੇਸ਼ਨ ਦੀਆਂ ਕਲਾਸਿਸ ਜੁਆਇਨ ਕਰ ਲਓ। ਇੱਕ ਚੀਜ਼ ਤੁਸੀਂ ਵਧੀਆ ਮੈਂਸ਼ਨ ਕੀਤੀ ਆ, ਸਟੂਡੈਂਟ ਤਿਆਰੀ ਨਹੀਂ ਕਰਦਾ, ਅੰਬੈਸੀ ਜਾਂਦਾ, ਰਿਜੈਕਸ਼ਨ ਲਵਾ ਲੈਂਦਾ, ਉਹ ਵਿੱਚ ਕੀ ਮੈਂਸ਼ਨ ਹੁੰਦਾ ਵੀ ਇਹਦੀ ਇੰਗਲਿਸ਼ ਵਧੀਆ ਨਹੀਂ ਸੀਗੀ, ਸਾਰੀ ਕੀਤੀ ਮਿਹਨਤ ਖਰਾਬ ਹੋ ਜਾਂਦੀ ਆ। ਸੋ ਕੋਸ਼ਿਸ਼ ਕਰੋ ਆਪਣੇ ਐਂਡ 'ਤੇ ਸਪੋਕਨ ਇੰਗਲਿਸ਼ ਦੀਆਂ ਉਹਦੀਆਂ ਕਲਾਸਿਸ ਲਗਾ ਲਿਆ ਕਰੋ, ਜਿਹਦੇ ਨਾਲ ਮਹੀਨੇ 2 ਮਹੀਨੇ ਤੁਹਾਡੀ ਇੰਗਲਿਸ਼ ਦਾ ਫਲੂਐਂਸੀ ਲੈਵਲ ਥੋੜ੍ਹਾ ਜਿਹਾ ਸੈੱਟ ਹੋ ਜਾ ਕਰੇ। ਯੂਰੋਕੈਨ ਇਸ ਦੇ ਵਿੱਚ ਹੈਲਪ ਕਰਦਾ ਸਟੂਡੈਂਟਸ ਨੂੰ ਪ੍ਰੈਪਰੇਸ਼ਨ ਦੇ ਵਿੱਚ? ਜੀ, ਸਾਡੀ ਆਪਣੀ ਇੰਟਰਵਿਊ ਪ੍ਰੈਪਰੇਟਰਸ ਦੀ ਟੀਮ ਹੈਗੀ ਆ। ਜਿਵੇਂ ਸਟੂਡੈਂਟ ਦੀਆਂ ਫਾਈਲਾਂ ਜਮ੍ਹਾਂ ਹੁੰਦੀਆਂ ਨੇ, ਆਨਲਾਈਨ ਉਹਨਾਂ ਦੀ ਪ੍ਰੈਪਰੇਸ਼ਨ ਕਰਵਾਉਂਦੇ ਆ, ਐਮਬੈਸੀ ਸਬਮਿਸ਼ਨ ਤੋਂ ਪਹਿਲਾਂ ਕਰਾਉਂਦੇ ਆ। ਬਟ ਹਾਂ, ਸਕਿੱਲ ਇੱਦਾਂ ਦੀ ਚੀਜ਼ ਆ, ਕੋਈ ਦਵਾਈ ਘੋਟ ਕੇ ਇੱਕ ਦਿਨ ਪਹਿਲਾਂ ਤਾਂ ਦੇ ਨਹੀਂ ਸਕਦੇ ਹੈਗੇ ਵੀ ਨਾਲੋਂ ਕਰਕੇ ਰਿਜ਼ਲਟ ਦੇ ਦੂਗੀ। ਓਵਰ ਦਾ ਟਾਈਮ ਪ੍ਰੋਸੈਸ ਹੈਗਾ। ਸੋ ਮਹੀਨੇ 2 ਮਹੀਨੇ ਤੁਹਾਨੂੰ ਆਪ ਇਨਵੈਸਟ ਕਰਨੇ ਪੈਣਗੇ, ਤਾਂ ਹੀ ਤੁਹਾਨੂੰ ਉਸ ਚੀਜ਼ ਤੋਂ ਰਿਜ਼ਲਟ ਅੱਛਾ ਮਿਲੇਗਾ। ਸੋ ਕਹਿਣ ਦਾ ਮਤਲਬ ਇਹੀ ਹੈ, ਆਫਰ ਭਾਵੇਂ ਕੋਈ ਵੀ ਹੋਵੇ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਆਪਣੀ ਮਿਹਨਤ ਹੈ ਉਹ ਹਮੇਸ਼ਾ ਰੰਗ ਲਿਆਂਦੀ ਹੁੰਦੀ ਹੈ। ਤਾਂ ਸਟੂਡੈਂਟਸ ਦੇ ਇੱਥੇ ਆਪਣੇ ਐਫਰਟਸ ਵੀ ਨੇ। ਜਦੋਂ ਤੱਕ ਅਸੀਂ ਆਪਣੇ ਐਫਰਟ ਨਹੀਂ ਕਰਦੇ ਤਾਂ ਅਸੀਂ ਬੈਟਰ ਰਿਜ਼ਲਟਸ ਨਹੀਂ ਲਿਆ ਸਕਦੇ, ਸਾਨੂੰ ਹੈਲਪ ਕੀਤੀ ਜਾ ਸਕਦੀ ਹੈ। ਅੱਛਾ, ਹੁਣ ਗੱਲ ਕਰਦੇ ਹਾਂ ਸ਼ੈਨਗਨ ਵੀਜ਼ਾ ਦੀ। ਸ਼ੈਨਗਨ ਵੀਜ਼ਾ ਤੁਸੀਂ ਜਰਮਨੀ ਦੀ ਗੱਲ ਕੀਤੀ, ਮਾਲਟਾ ਦੀ, ਇਟਲੀ ਦੀ। ਸੋ ਐਗਜ਼ੈਕਟਲੀ ਐਕਸਪਲੇਨ ਕਰੋ ਦਰਸ਼ਕਾਂ ਨੂੰ ਕਿ ਸ਼ੈਨਗਨ ਵੀਜ਼ਾ ਕੀ ਹੁੰਦਾ। ਬਹੁਤ ਸਾਰੇ ਲੋਕਾਂ ਨੂੰ ਕਨਫਿਊਜ਼ਨ ਰਹਿੰਦਾ। 26+ ਕੰਟਰੀਜ਼ ਕਹੀਆਂ ਜਾਂਦੀਆਂ, ਕਿਹੜੀ ਕੰਟਰੀਜ਼ ਹੁੰਦੀਆਂ ਨੇ? ਜਿਵੇਂ ਉੱਥੇ ਸਟੂਡੈਂਟ ਪੜ੍ਹ ਰਹੇ ਨੇ, ਵਿੱਚ ਅਗਰ ਛੁੱਟੀਆਂ ਹੁੰਦੀਆਂ ਜਾਂ ਕੁਝ ਵੀ, ਤਾਂ ਉਹ ਕਿਹੜੀ ਥਾਂ ਦੇ ਉੱਤੇ ਜਾ ਸਕਦੇ ਨੇ? ਕੀ ਬੈਨੀਫਿਟਸ ਹੈਗੇ ਸ਼ੈਨਗਨ ਵੀਜ਼ਾ ਦੇ? ਦੇਖੋ ਜੀ, ਸ਼ੈਨਗਨ ਵਰਡ ਆਲਮੋਸਟ ਸਾਰੇ ਪੰਜਾਬੀਆਂ ਨੂੰ ਪਤਾ ਵੀ ਕੋਈ ਇਹੋ ਜਿਹਾ ਵੀਜ਼ਾ ਹੁੰਦਾ ਜਿਹਦੇ ਨਾਲ ਤੁਸੀਂ ਇੱਕ ਤੋਂ ਵੱਧ ਕੰਟਰੀਆਂ 'ਚ ਜਾ ਸਕਦੇ ਹੋ। ਯੂਰਪ ਦੇ ਵਿੱਚ ਇੱਕ ਕੰਟਰੀਆਂ ਦੀ ਐਸੋਸੀਏਸ਼ਨ ਆ, ਸਮੂਹ ਆ, ਉਹਨਾਂ ਨੇ ਆਪਣਾ ਇੱਕ ਆਪਸ ਦੇ ਵਿੱਚ ਬਾਰਡਰ ਫ੍ਰੀ ਕੀਤਾ ਹੋਇਆ। ਮੰਨ ਲਓ ਤੁਹਾਨੂੰ ਜਰਮਨੀ ਵੀਜ਼ਾ ਦਿੰਦਾ, ਜਰਮਨੀ ਦੇ ਵੀਜ਼ੇ ਨਾਲ ਤੁਸੀਂ ਫਰਾਂਸ ਵੀ ਜਾ ਸਕਦੇ ਹੋ, ਇਟਲੀ ਵੀ ਜਾ ਸਕਦੇ ਹੋ, ਸਪੇਨ ਵੀ ਜਾ ਸਕਦੇ ਹੋ, ਪੁਰਤਗਾਲ ਵੀ ਜਾ ਸਕਦੇ ਹੋ। ਤੁਹਾਨੂੰ ਨਵਾਂ ਵੀਜ਼ਾ ਲੈਣ ਦੀ ਲੋੜ ਨਹੀਂ। ਉਹਦਾ ਕਾਰਨ ਕੀ ਸੀਗਾ? ਬਹੁਤ ਟਾਈਮ ਪਹਿਲਾਂ ਇਹ ਦੇਸ਼ ਆਪਸ 'ਚ 2-2 ਘੰਟੇ ਦੂਰ ਨੇ। ਜਰਮਨੀ ਤੋਂ ਚੈੱਕ ਰਿਪਬਲਿਕ ਜਾਣਾ 2 ਘੰਟੇ ਲੱਗਦੇ ਨੇ, ਜਰਮਨੀ ਤੋਂ ਫਰਾਂਸ ਜਾਣਾ 2-3 ਘੰਟੇ ਲੱਗਦੇ ਨੇ। ਹੁਣ ਜਦੋਂ ਉੱਥੇ ਬਿਜ਼ਨਸ ਹੁੰਦਾ ਸੀ ਜਾਂ ਟਰੇਡ ਹੁੰਦਾ ਸੀਗਾ, ਇੱਕ ਉਹਨਾਂ ਨੂੰ ਕਰੰਸੀ ਕਰਕੇ ਬਹੁਤ ਪ੍ਰੋਬਲਮ ਆਉਂਦੀ ਸੀ। ਹੁਣ ਮੰਨ ਲਓ ਤੁਸੀਂ ਪੰਜਾਬ ਤੋਂ ਹਰਿਆਣੇ ਜਾਣਾ, ਤੁਹਾਨੂੰ ਵੀਜ਼ਾ ਲੈਣਾ ਪਵੇ, ਹਰਿਆਣੇ ਤੋਂ ਫਿਰ ਰਾਜਸਥਾਨ ਜਾਣਾ, ਵੀਜ਼ਾ ਲੈਣਾ ਪਵੇ, ਰਾਜਸਥਾਨ ਤੋਂ ਫਿਰ ਗੁਜਰਾਤ ਜਾਣਾ, ਫਿਰ ਵੀਜ਼ਾ ਲੈਣਾ ਪਵੇ। ਕਿੰਨਾ ਲੰਬਾ ਪ੍ਰੋਸੈਸ ਹੋ ਜੇ ਇੱਕ ਚੀਜ਼ ਕਰਨ ਲਈ। ਹੁਣ ਤਾਂ ਪਰ ਮੂੰਹ ਚੱਕ ਕੇ ਜਿੱਥੇ ਮਰਜ਼ੀ ਚਲੇ ਜਾਂਦੇ ਆ। ਕਰੰਸੀ ਇੱਕ ਆ, ਤੁਸੀਂ ਕੇਰਲਾ ਚਲੇ ਜਾਓ ਤਾਂ ਵੀ ਇੱਕੋ ਕਰੰਸੀ ਆ, ਪੰਜਾਬ 'ਚ ਤਾਂ ਵੀ ਕਰੰਸੀ ਆ। ਫਿਰ ਉੱਥੇ ਦੇਸ਼ ਜਿਹੜੇ ਸੀਗੇ ਛੋਟੇ ਸੀਗੇ, ਉਹਨਾਂ ਨੇ ਪਹਿਲੀ ਚੀਜ਼ ਕੀਤੀ, ਆਪਸ 'ਚ ਬਾਰਡਰ ਫ੍ਰੀ ਕਰਤੇ ਵੀ ਖਾਲੀ ਇਹ ਨਹੀਂ ਲੋਕੀ ਘੁੰਮਣ ਲਈ ਆ ਸਕਦੇ, ਜਰਮਨੀ ਦਾ ਬੰਦਾ ਫਰਾਂਸ ਵੀ ਕੰਮ ਕਰਨ ਲਈ ਜਾ ਸਕਦਾ, ਫਰਾਂਸ ਦਾ ਬੰਦਾ ਇਟਲੀ ਜਾ ਸਕਦਾ ਵਾ। ਸਾਰਾ ਉਹਨਾਂ ਨੇ ਆਪਸ ਦੇ ਵਿੱਚ ਫ੍ਰੀ ਕਰਤਾ ਵੀ ਪੰਜਾਬ ਦਾ ਬੰਦਾ ਹਰਿਆਣੇ ਜਿਵੇਂ ਹੈਗਾ ਉੱਦਾਂ ਸਿਸਟਮ ਕਰਤਾ। ਫਿਰ ਉਹਨਾਂ ਨੇ ਕਰੰਸੀ ਵੀ ਕੁਝ ਕੰਟਰੀਆਂ ਨੇ ਸੇਮ ਕਰਤੀ ਵੀ ਕਰੰਸੀ ਡਿਫਰੈਂਸ ਨਾ ਰਹੇ। ਸੋ ਇੱਕ ਜਗ੍ਹਾ ਹੈਗੀ ਹੈ ਸ਼ੈਨਗਨ ਜਿੱਥੇ ਐਗਰੀਮੈਂਟ ਹੋਇਆ, ਜਿੱਥੋਂ ਇਹ ਚੀਜ਼ਾਂ ਦੀ ਸਟਾਰਟ ਹੋਈ। ਕੁਛ ਦੇਸ਼ ਸ਼ੁਰੂ ਹੋਏ ਸੀਗੇ 7-8 ਕਰਕੇ, ਇਸ ਟਾਈਮ 26-27 ਮੁਲਕ ਹੈਗੇ ਨੇ ਜਿਨ੍ਹਾਂ ਨੇ ਆਪਸ ਦੇ ਵਿੱਚ ਬਾਰਡਰ ਅਬੋਲਿਸ਼ ਕੀਤੇ ਹੋਏ ਨੇ। ਸੋ ਜਦੋਂ ਉਹ ਤੁਹਾਨੂੰ ਸਟੂਡੈਂਟ ਵੀਜ਼ਾ ਮਿਲਦਾ, ਤੁਹਾਨੂੰ ਵੀਜ਼ਾ ਜਿਹੜਾ ਮਿਲਦਾ ਸ਼ੈਨਗਨ ਮਿਲਦਾ, ਤੁਸੀਂ ਮਾਲਟਾ ਦਾ ਵੀਜ਼ਾ ਲਿਆ, ਤੁਸੀਂ ਪੁਰਤਗਾਲ ਵੀ ਜਾ ਸਕਦੇ ਹੋ, ਸਪੇਨ ਵੀ ਜਾ ਸਕਦੇ ਹੋ, ਇਟਲੀ ਵੀ ਜਾ ਸਕਦੇ ਹੋ ਘੁੰਮਣ ਲਈ। ਪੜ੍ਹਾਈ ਤੋਂ ਬਾਅਦ ਮੂਵ ਹੋਣਾ, ਮੂਵ ਵੀ ਕਰ ਸਕਦੇ ਹੋ। ਈਵਨ ਜਿਹੜੇ ਇਹਨਾਂ ਦੇ ਟੂਰਿਸਟ ਵੀਜ਼ਾ ਮਿਲਦੇ ਨੇ ਉਹ ਵੀ ਸ਼ੈਨਗਨ ਵੀਜ਼ਾ ਹੀ ਮਿਲਦੇ ਨੇ।
ਅੱਛਾ, ਇੱਥੇ ਗੱਲ ਕਰਦੇ ਹਾਂ ਜਿਵੇਂ ਨਾਰਮਲੀ ਕੀ ਹੈ ਨਾ, ਪੰਜਾਬੀ ਜਾਂਦੇ ਨੇ ਆਪਣੇ ਆਪ ਨੂੰ ਸੈਟਲ ਕਰਨ ਲਈ, ਹੈ ਨਾ, ਸਮਹਾਓ ਜੇ ਕੋਈ ਸਟੱਡੀ ਕਰਨ ਲਈ ਵੀ ਕਿਤੇ ਜਾ ਰਿਹਾ, ਸੋ ਉਹ ਕਿਤੇ ਨਾ ਕਿਤੇ ਉਹਦੇ ਮਾਈਂਡ 'ਚ ਇਹ ਹੁੰਦਾ ਵੀ ਮੈਂ ਅੱਗੇ ਇੱਥੇ ਸੈਟਲ ਹੋਣਾ। ਸੋ ਜਦੋਂ ਯੂਰਪ ਦੀ ਗੱਲ ਆਉਂਦੀ ਹੈ, ਯੂਰਪ ਦੇ ਵਿੱਚ ਸਟੂਡੈਂਟ ਜਾਂਦੇ ਨੇ, ਤੁਸੀਂ ਜਿਵੇਂ ਗੱਲ ਕੀਤੀ ਕਿ ਉਹਨਾਂ ਦੀ ਪਹਿਲੀ ਨਜ਼ਰ ਇਸ ਚੀਜ਼ ਤੇ ਰਹਿੰਦੀ ਹੈ ਕਿ ਸਟੂਡੈਂਟ ਪੜ੍ਹਨ ਦੀ ਇੰਟੈਂਸ਼ਨ ਦੇ ਨਾਲ ਆਉਣਾ ਚਾਹੀਦਾ। ਤਾਂ ਹੋਰ ਕੰਟਰੀਜ਼ ਦੇ ਵਿੱਚ ਅਸੀਂ ਗੱਲ ਕਰੀਏ ਜਿਵੇਂ ਕੈਨੇਡਾ ਹੈ ਜਾਂ ਹੋਰ ਕੰਟਰੀਜ਼ ਨੇ, ਉੱਥੇ ਕੀ ਹੈ ਕਿ ਸਟੂਡੈਂਟ ਵੀਜ਼ਾ ਤੁਸੀਂ ਲੈਂਦੇ ਹੋ, ਨਾਲ ਸਪਾਊਸ ਨੂੰ ਲੈ ਜਾਂਦੇ ਹੋ, ਉਹਨੂੰ ਥੋੜ੍ਹੀ ਕੰਮ ਦੀ ਪਰਮਿਸ਼ਨ ਮਿਲ ਜਾਂਦੀ ਹੈ, ਤਾਂ ਥੋੜ੍ਹੀ ਜ਼ਿੰਦਗੀ ਸੁਖਾਲੀ ਹੋ ਜਾਂਦੀ ਹੈ, ਅੱਗੇ ਸੈਟਲ ਹੋਣ ਲਈ ਵੀ ਐਫਰਟਸ ਹੋ ਜਾਂਦੇ ਆ। ਸੋ ਸਭ ਤੋਂ ਪਹਿਲੇ ਇਹ ਦੱਸੋ ਕਿ ਸਪਾਊਸ ਦਾ ਜਾਣਾ ਇੱਥੇ ਕਿੰਨਾ ਕੁ ਪੋਸੀਬਲ ਹੈਗਾ ਨਾਲ? ਨਹੀਂ, ਯੂਰਪ 'ਚ ਵੀ ਕਾਫੀ ਦੇਸ਼ ਹੈਗੇ ਨੇ ਜਿਹੜੇ ਸਪਾਊਸ ਵੀਜ਼ਾ ਦਿੰਦੇ ਨੇ। ਜਰਮਨੀ, ਮਾਲਟਾ ਤੇ ਇਟਲੀ ਦੇ ਵਿੱਚ ਵੀ ਤੁਸੀਂ ਆਪਣੇ ਸਪਾਊਸ ਨੂੰ ਲੈ ਕੇ ਜਾ ਸਕਦੇ ਹੋ ਮਾਸਟਰਸ ਦੇ ਬਾਅਦ। ਸੇਮ ਕੈਨੇਡਾ ਦੀ ਹੀ ਤਰ੍ਹਾਂ ਪ੍ਰੋਸੈਸ ਆ, ਸਟੂਡੈਂਟ ਦੇ ਜਾਣ ਤੋਂ 3 ਤੋਂ 6 ਮਹੀਨੇ ਬਾਅਦ ਅਪਲਾਈ ਕਰ ਸਕਦੇ ਹੋ। ਯੂਰਪ ਆਪਣੇ ਆਪ ਦੇ ਵਿੱਚ 30-35 ਕੰਟਰੀਆਂ ਨੇ, ਇੱਕ ਕੰਟਰੀ ਨਹੀਂ ਹੈਗਾ। 1.5 ਲੱਖ ਦੇ ਬਜਟ ਤੋਂ ਫੀਸਾਂ ਸਟਾਰਟ ਹੋ ਕੇ 20-25 ਲੱਖ ਤੱਕ ਜਾਂਦੀਆਂ ਨੇ। ਜਰਮਨੀ ਆਟੋਮੋਬਾਈਲ ਵਾਸਤੇ ਫੇਮਸ ਹੋ ਗਿਆ, ਫਰਾਂਸ ਡਿਜ਼ਾਈਨ ਵਾਸਤੇ ਫੇਮਸ ਹੋ ਗਿਆ, ਇਟਲੀ ਡਿਜ਼ਾਈਨ ਵਾਸਤੇ ਫੇਮਸ ਹੋ ਗਿਆ। ਹਰ ਕੰਟਰੀ 'ਚ ਆਪਣੀ ਅਲੱਗ-ਅਲੱਗ ਕੋਈ ਨਾ ਕੋਈ ਇੰਡਸਟਰੀ ਹੈਗੀ ਹੈ ਜਿਹਦੀਆਂ ਜੌਬ ਓਪਰਚੁਨਿਟੀਜ਼ ਹੋ ਗਿਆ, ਅੱਗੇ ਸਕੋਪ ਕਾਫੀ ਬੈਟਰ ਹੈਗੇ ਨੇ। ਸੋ ਆਪਣੇ ਬਜਟ ਦੇ ਹਿਸਾਬ ਨਾਲ, ਆਪਣੇ ਪ੍ਰੋਫਾਈਲ ਦੇ ਹਿਸਾਬ ਨਾਲ, ਆਪਣੇ ਫਿਊਚਰ ਪਲਾਨ ਦੇ ਹਿਸਾਬ ਨਾਲ ਤੁਸੀਂ ਕੰਟਰੀ ਪਿਕ ਕਰ ਸਕਦੇ ਹੋ। ਫਿਲਹਾਲ ਆਹ 3 ਕੰਟਰੀਆਂ ਹੈਗੀਆਂ ਜਿਹੜੀਆਂ ਹੁਣ ਦੇ ਜਿਹੜੇ ਸਾਨੂੰ ਸਤੰਬਰ ਇਨਟੇਕ ਦੇ ਵੀਜ਼ਾ ਸਕਸੈਸ ਰੇਸ਼ੋ ਆਈ ਹੈ, ਉਹਦੇ ਹਿਸਾਬ ਨਾਲ ਸਟੂਡੈਂਟਸ ਨੂੰ ਅਸੀਂ ਪਿਚ ਕਰ ਰਹੇ ਹਾਂ, ਜੋ ਕਿ ਵਧੀਆ ਵੀ ਹੈਗੀਆਂ ਨੇ ਤੇ ਪੰਜਾਬ ਤੋਂ ਖਾਸ ਤੌਰ ਤੇ ਜਿੱਦਾਂ ਦਾ ਸਟੂਡੈਂਟ ਜਾਣਾ ਚਾਹੁੰਦਾ ਵਾ ਉਹਨਾਂ ਦੀ ਰਿਕੁਆਇਰਮੈਂਟ ਨੂੰ ਫੁੱਲਫਿਲ ਵੀ ਕਰਦੀਆਂ ਨੇ। ਸੋ ਜਿਵੇਂ ਤੁਸੀਂ ਕਿਹਾ ਕੁਝ ਕੰਟਰੀਜ਼ ਕਰਦੀਆਂ ਨੇ, ਸੋ ਅਗਰ ਅਸੀਂ ਜਰਮਨੀ, ਮਾਲਟਾ ਤੇ ਇਟਲੀ ਦੀ ਗੱਲ ਕਰੀਏ ਤਾਂ ਇੱਥੇ ਸਪਾਊਸ ਨਾਲ ਜਾ ਸਕਦਾ ਜੀ। ਇਹਨਾਂ ਦੇ ਵਿੱਚ ਉਹੀ ਕੈਨੇਡਾ ਦੀ ਤਰ੍ਹਾਂ ਜੇ ਮਾਸਟਰਸ ਵਾਸਤੇ ਜਾ ਰਹੇ ਹੋ 6 ਮਹੀਨੇ ਬਾਅਦ ਅਪਲਾਈ ਕਰ ਸਕਦਾ, ਜੇ ਬੈਚਲਰਸ ਵਾਸਤੇ ਜਾ ਰਹੇ ਹੋ 6 ਮਹੀਨੇ ਤੋਂ ਸਾਲ ਬਾਅਦ ਅਪਲਾਈ ਕਰ ਸਕਦਾ। ਸਪਾਊਸ ਵੀਜ਼ਾ ਦਾ ਇੱਕ ਲਾਅ ਹੁੰਦਾ ਫੈਮਿਲੀ ਰੀਯੂਨੀਫਿਕੇਸ਼ਨ, ਉਹਦੇ ਅੰਡਰ ਤੁਸੀਂ ਅਪਲਾਈ ਕਰ ਸਕਦੇ ਹੋ। ਯੂਰਪ ਦੀ ਸਾਰੀ ਕੰਟਰੀਜ਼ ਫੈਮਿਲੀ ਰੀਯੂਨੀਫਿਕੇਸ਼ਨ ਨੂੰ ਰੈਕੋਗਨਾਈਜ਼ ਕਰਦੀਆਂ ਨੇ। ਸੋ ਸਪਾਊਸ ਵੀਜ਼ਾ ਕੋਈ ਇੰਨਾ ਔਖਾ ਨਹੀਂ ਹੁੰਦਾ, ਆਲਮੋਸਟ ਸਾਰੀ ਕੰਟਰੀਆਂ ਜਿਹੜੀਆਂ ਇਸ਼ੂ ਕਰ ਦਿੰਦੀਆਂ ਨੇ ਵੀਜ਼ਾ। ਸੋ ਅੱਗੇ ਸਪਾਊਸ ਜਿਹੜਾ ਜਾਂਦਾ ਉਸਨੂੰ ਕਿੰਨਾ ਟਾਈਮ ਕੰਮ ਕਰਨ ਦੀ ਪਰਮਿਸ਼ਨ ਮਿਲਦੀ ਹੈ? ਜਿਵੇਂ ਤੁਸੀਂ ਕਿਹਾ ਕਿ ਦੂਸਰੀ ਕੰਟਰੀਜ਼ ਦੇ ਵਿੱਚ ਵੀ ਜਾ ਕੇ ਕੰਮ ਕਰ ਸਕਦੇ ਹੋ, ਤਾਂ ਕਿੰਨੀ ਕੁ ਜ਼ਿਆਦਾ ਪੋਸੀਬਿਲਿਟੀ ਰਹਿੰਦੀ ਹੈ ਕੰਮ ਨੂੰ ਲੈ ਕੇ? ਸਪਾਊਸ ਨੂੰ ਸਾਰੀ ਕੰਟਰੀ ਦੇ ਵਿੱਚ ਜਿੱਥੇ ਸਪਾਊਸ ਪਰਮਿਟ ਮਿਲਦਾ ਉਹਨਾਂ ਨੂੰ ਫੁੱਲ ਟਾਈਮ ਵਰਕ ਪਰਮਿਟ ਮਿਲਦਾ, ਉੱਥੇ ਜਾ ਕੇ 40 ਆਵਰਸ ਪਰ ਵੀਕ ਆਪਣਾ ਫੁੱਲ ਟਾਈਮ ਕੰਮ ਕਰ ਸਕਦੇ ਨੇ ਜੀ। ਤੇ ਹੁਣ ਗੱਲ ਕਰੀਏ ਤਾਂ ਜਿਵੇਂ ਕਿ ਪਿਛਲੇ ਕਾਫੀ ਟਾਈਮ ਤੋਂ ਸਟੱਡੀ ਵੀਜ਼ਾਸ ਬੰਦ ਸੀਗੇ, ਹੁਣ ਦੁਬਾਰਾ ਰਿਜ਼ਿਊਮ ਹੋਏ ਨੇ, ਤਾਂ ਕੀ ਕੁਝ ਨਵਾਂ ਹੈਗਾ? ਅਗਰ ਸ਼ੈਨਗਨ ਵੀਜ਼ਾ ਦੀ ਗੱਲ ਕਰੀਏ, ਕੀ ਕੁਝ ਨਵਾਂ ਇਸ ਵਾਰੀ ਹੈਗਾ ਉਸ ਦੇ ਵਿੱਚ? ਦੇਖੋ ਜੀ, ਪਿਛਲਾ ਸਾਲ 1.5 ਸਾਲ ਬੜਾ ਗੁੰਝਲਦਾਰ ਰਿਹਾ ਸਾਡੇ ਵਾਸਤੇ ਵੀ। ਕਿਤੇ 2019 ਦੇ ਵਿੱਚ ਜਰਮਨੀ ਅਸੀਂ 500-700 ਸਟੂਡੈਂਟ ਸਾਲ ਦਾ ਭੇਜਦੇ ਸੀਗੇ। ਹਰ ਕੰਟਰੀ ਦੇ ਵਿੱਚ ਨੰਬਰ ਜਿਹੜਾ ਹੁੰਦਾ ਸੀ ਟ੍ਰਿਪਲ ਡਿਜਿਟ ਦੇ ਵਿੱਚ ਹੁੰਦਾ ਸੀਗਾ। ਫਿਰ ਉਹ ਜਿਹਾ ਟਾਈਮ ਵੀ ਆਇਆ ਉਹ ਡਬਲ ਡਿਜਿਟ ਤੋਂ ਵੀ ਨੀਚੇ ਆ ਗਿਆ। ਪਰ ਹੁਣ ਆ ਜਿਹੜਾ ਸਤੰਬਰ ਅਕਤੂਬਰ ਦਾ ਮਹੀਨਾ ਨਿਕਲਿਆ ਵਾ, ਇੱਕ ਪੋਜ਼ਿਟਿਵ ਸਾਈਨ ਦੇ ਕੇ ਗਿਆ ਵਾ ਵੀ ਜਿਹੜੇ ਬੱਚੇ ਦੀਆਂ ਜੂਨ, ਜੁਲਾਈ, ਅਗਸਤ 'ਚ ਫਾਈਲਾਂ ਜਮ੍ਹਾਂ ਹੋਈਆਂ ਸੀ, ਸਤੰਬਰ 'ਚ ਫਾਈਲਾਂ ਜਮ੍ਹਾਂ ਹੋਈਆਂ ਸੀ, ਉਹਨਾਂ ਦੇ ਵੀਜ਼ਾਜ਼ ਆਉਣੇ ਸਟਾਰਟ ਹੋ ਗਏ ਨੇ। ਉਹਦੇ ਨਾਲੋਂ ਨਾਲ ਇੱਕ ਚੀਜ਼ ਦੇਖਣ ਨੂੰ ਕੀ ਮਿਲ ਰਹੀ ਹੈ, ਕਾਲਜਸ ਨੇ ਆਪਣਾ ਪ੍ਰੋਸੈਸ ਬੜਾ ਸਿੰਪਲ ਕਰਤਾ। ਪਹਿਲਾਂ ਰਿਜਿਡ ਹੁੰਦੇ ਸੀਗੇ ਵੀ ਇੱਦਾਂ ਨਹੀਂ, ਇੱਦਾਂ ਕਰਨਾ, 15 ਦਿਨ ਬਾਅਦ ਆਫਰ ਲੈਟਰ ਦੇਣੀ, ਫੀਸ ਪਹਿਲਾਂ ਚਾਹੀਦੀ ਆ। ਹੁਣ ਉਹਨਾਂ ਨੂੰ ਵੀ ਸਟੂਡੈਂਟਾਂ ਦੀ ਲੋੜ ਆ, ਸੋ ਥੋੜ੍ਹੇ ਜਿਹੇ ਈਜ਼ੀ ਹੋ ਗਏ ਨੇ। ਉਹੀ ਇੱਕ ਕਾਰਨ ਆ ਅੰਬੈਸੀ ਵੀਜ਼ੇ ਜਿਹੜੇ ਹੈਗੇ ਥੋੜੀ ਛੇਤੀ ਦੇ ਰਹੀ ਆ, ਕਿਉਂਕਿ ਬਹੁਤ ਟਾਈਮ ਤੋਂ ਵੀਜ਼ਾਸ ਬੰਦ ਪਏ ਨੇ। ਕਿਉਂਕਿ ਇਸ ਟਾਈਮ ਸਾਰਿਆਂ ਦੀ ਜ਼ਰੂਰਤ ਆ। ਇੱਕ ਕਿਤੇ ਕਾਲਜ 'ਚ 500 ਬੱਚਾ ਸਾਲ ਦਾ ਜਾਂਦਾ ਸੀਗਾ, ਉਹਨਾਂ ਨੂੰ 500 ਬੱਚਿਆਂ ਤੋਂ ਪੈਸੇ ਆਉਂਦੇ ਸੀ, ਹੁਣ 5 ਵੀ ਨਹੀਂ ਜਾ ਰਹੇ ਹੈਗੇ। ਸੋ ਕਾਲਜਸ ਵੀ ਚਾਹੁੰਦੇ ਨੇ, ਕੰਟਰੀਆਂ ਵੀ ਚਾਹੁੰਦੀਆਂ ਨੇ ਵੀ ਜ਼ਿਆਦਾ ਤੋਂ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟ ਆਵੇ। ਸੋ ਜੋ ਪੋਜ਼ਿਟਿਵ ਚੀਜ਼ ਦੇਖਣ ਨੂੰ ਮਿਲ ਰਹੀ ਹੈ, ਆਉਣ ਵਾਲੇ 3 ਤੋਂ 6 ਮਹੀਨੇ ਖਾਸ ਤੌਰ ਤੇ ਵਧੀਆ ਰਹੇਗੀ। ਕੋਈ ਵੀ ਸਟੂਡੈਂਟ ਅੱਛੇ ਕਾਲਜ 'ਚ ਅਪਲਾਈ ਕਰ ਰਿਹਾ, ਰੈਲੇਵੈਂਟ ਕੋਰਸ 'ਚ ਅਪਲਾਈ ਕਰ ਰਿਹਾ, ਫਾਈਲ ਸਾਰੀ ਠੀਕ ਤਰੀਕੇ ਨਾਲ ਆ ਰਿਹਾ, ਇੰਗਲਿਸ਼ ਅੱਛੀ ਬੋਲ ਲੈਂਦਾ, ਉਸ ਬੱਚੇ ਨੂੰ ਵੀਜ਼ਾ ਲੈਣ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ। ਜੋ ਹੁਣ ਅਸੀਂ ਜੋ ਸਿਨੈਰੀਓ ਦੇਖ ਰਹੇ ਹਾਂ, ਜਰਮਨੀ ਦੇ ਵੀਜ਼ਾਜ਼ ਆਰਾਮ ਨਾਲ ਆ ਰਹੇ ਨੇ, ਸਵੀਡਨ ਦੇ ਆਰਾਮ ਨਾਲ ਆ ਰਹੇ ਨੇ, ਮਾਲਟਾ ਨੇ ਆਪਣਾ ਅਪਰੂਵਲ ਦੇ ਕੇ ਵੀਜ਼ਾਜ਼ ਦੇਣੇ ਸਟਾਰਟ ਕਰਤੇ ਨੇ। ਸੋ ਪੋਜ਼ਿਟਿਵ ਨਿਊਜ਼ ਤੇ ਜੋ ਤੁਹਾਨੂੰ ਵੀਜ਼ਾਜ਼ ਹੈਗੇ ਥੋੜ੍ਹੇ ਛੇਤੀ ਮਿਲਣੇ ਸ਼ੁਰੂ ਹੋ ਜਾਣਗੇ। ਹੁਣ ਇਟਲੀ ਦੀ ਮੈਂ ਸਪੈਸ਼ਲੀ ਗੱਲ ਕਰਨਾ ਚਾਹਾਂਗਾ। ਜਦੋਂ ਕੋਵਿਡ ਦਾ ਟਾਈਮ ਚੱਲਿਆ ਸੀ ਨਾ, ਤਾਂ ਚਾਈਨਾ ਤੋਂ ਬਾਅਦ ਅਗਰ ਗੱਲ ਕਰੀਏ ਤਾਂ ਇਟਲੀ ਦੇ ਵਿੱਚ ਸਭ ਤੋਂ ਜ਼ਿਆਦਾ ਮਾਰ ਸੀਗੀ। ਉੱਥੇ ਮਾਹੌਲ ਬਹੁਤ ਜ਼ਿਆਦਾ ਖਰਾਬ ਸੀ। ਹਾਲਾਂਕਿ ਉੱਥੇ ਹੁਣ ਪਾਬੰਦੀਆਂ ਸਾਰੀਆਂ ਹਟਾਤੀਆਂ, ਪਰ ਸਰਕਾਰ ਜਿਹੜੀ ਹੈ ਹਜੇ ਵੀ ਸਟ੍ਰਿਕਟ ਹੋ ਕੇ ਚੱਲ ਰਹੀ ਹੈ, ਜਿਸ ਦੇ ਕਰਕੇ ਉੱਥੇ ਥੋੜ੍ਹੇ ਪ੍ਰੋਟੈਸਟ ਵੀ ਦੇਖਣ ਨੂੰ ਮਿਲ ਰਹੇ ਨੇ, ਹੈ ਨਾ। ਲੋਕ ਅਗੇਂਸਟ ਆ ਗਏ ਨੇ ਕਿ ਜੋ ਉੱਥੇ ਦੀ ਗਵਰਨਮੈਂਟ ਹੈਗੀ ਹੈ ਉਸ ਦੇ ਅਗੇਂਸਟ ਆ ਗਏ ਆ ਕਿ ਜਿਹੜੀਆਂ ਸਖਤਾਈਆਂ ਕੀਤੀਆਂ ਹੋਈਆਂ ਉਹ ਬਿਨਾਂ ਮਤਲਬ ਸਾਡੇ 'ਤੇ ਕੀਤੀਆਂ, ਤੰਗ ਨੇ, ਉਹ ਪਰੇਸ਼ਾਨ ਨੇ। ਸੋ ਲੋਕਲ ਟਰਾਂਸਪੋਰਟੇਸ਼ਨ ਵੀ ਪਿਛਲੇ 1-2 ਦਿਨ ਪਹਿਲਾਂ ਉੱਥੇ ਜਿਹੜੀ ਬੰਦ ਰਹੀ ਸੀਗੀ। ਸੋ ਇੱਦਾਂ ਦੇ ਜਿਹੜੇ ਚੈਲੰਜਸ ਨੇ ਉਹਨਾਂ ਨੂੰ ਦੇਖਦੇ ਹੋਏ ਜਿਹੜੇ ਨਵੇਂ ਸਟੂਡੈਂਟ ਜਾਣਗੇ ਉਹਨਾਂ ਲਈ ਕੀ ਗਾਈਡਲਾਈਨਸ ਨੇ, ਉਹਨਾਂ ਨੂੰ ਕੀ ਇੱਦਾਂ ਦੀਆਂ ਕੋਈ ਦਿੱਕਤਾਂ ਨੂੰ ਫੇਸ ਕਰਨਾ ਪੈ ਸਕਦਾ? ਦੇਖੋ, ਯੂਰਪ ਫਿਲਹਾਲ ਜੋ ਦੇਖਣ ਦੇ ਵਿੱਚ ਸਿਨੈਰੀਓ ਆਇਆ ਵਾ, ਖਾਲੀ ਸਾਰੀ ਇਟਲੀ ਦਾ ਨਹੀਂ, ਸਾਰੀ ਕੰਟਰੀਜ਼ ਆ,
ਆਲਮੋਸਟ ਓਪਨ ਅਪ ਹੋ ਚੁੱਕੀਆਂ ਨੇ। ਪਰ ਇੱਕ ਕੋਵਿਡ ਦਾ ਜੋ ਇੰਪੈਕਟ ਰਿਹਾ, ਪਹਿਲਾਂ ਵੀ ਆਪਾਂ ਮੈਂਸ਼ਨ ਕੀਤਾ ਸੀ ਵੀ ਉਹ ਆਮ ਜ਼ਿੰਦਗੀ ਦੀ ਰੂਟੀਨ 'ਚੋਂ ਬਹੁਤ ਛੇਤੀ ਜਾਣ ਵਾਲਾ ਨਹੀਂ ਹੈਗਾ। ਇੰਡੀਆ ਵਿੱਚ ਅੱਜ ਵੀ ਆਪਾਂ ਮਾਸਕ ਪਾ ਕੇ ਘੁੰਮਦੇ, ਅੱਧਿਆਂ ਨੇ ਲਾਏ ਹੁੰਦੇ ਨੇ, ਅੱਧਿਆਂ ਨੇ ਨਹੀਂ ਲਾਏ ਹੁੰਦੇ, ਠੀਕ ਹੈ। ਹਜੇ ਵੀ ਜੇ ਤੁਸੀਂ ਕਿਤੇ ਬਾਹਰ ਟਰੈਵਲ ਕਰਨਾ ਡੋਮੈਸਟਿਕ, ਤੁਹਾਨੂੰ ਕੋਵਿਡ ਦਾ ਟੈਸਟ ਕਰਾ ਕੇ ਜਾਣਾ ਪਏਗਾ। ਉਹਨਾਂ ਕੰਟਰੀਆਂ ਜਿੱਥੇ ਕੋਈ ਬਾਊਂਡੇਸ਼ਨ ਨਹੀਂ ਹੈਗੀ ਤਾਂ ਵੀ ਕੋਵਿਡ ਦਾ ਟੈਸਟ ਕਰਾ ਕੇ ਜਾਣਾ ਪਏਗਾ। ਸੋ ਥੋੜ੍ਹੀ ਬਹੁਤ ਰੈਸਟ੍ਰਿਕਸ਼ਨ ਆਲਮੋਸਟ ਸਾਰੀ ਕੰਟਰੀਆਂ ਨੇ ਮੇਨਟੇਨ ਕੀਤੀ ਹੋਈ ਆ, ਤਾਂ ਕਿ ਇਟਲੀ, ਸਪੇਨ ਵਰਗੇ ਮੁਲਕ ਜਿਹੜੇ ਵਰਲਡ 'ਚ ਸਭ ਤੋਂ ਜ਼ਿਆਦਾ ਹਿੱਟ ਹੋਏ ਸੀਗੇ, ਉਹਨਾਂ 'ਚ ਦੁਬਾਰਾ ਇਹੋ ਜਿਹੀ ਸਿਚੁਏਸ਼ਨ ਨਾ ਹੋਵੇ ਜਿਵੇਂ ਲਾਸਟ ਈਅਰ ਹੋ ਗਈ ਸੀ, ਜਿੱਥੇ ਡੈਥ ਕੋਈ ਨਾਰਮਲ ਗਿਣਤੀ ਦੇ ਵਿੱਚ ਨਹੀਂ ਹੋਈਆਂ ਸੀ, ਬਹੁਤ ਜ਼ਿਆਦਾ ਬਹੁਤਾਤ 'ਚ ਹੋਈਆਂ ਸੀ। ਉਹਦਾ ਇੱਕੋ ਇੱਕ ਕਾਰਨ ਸੀ, ਜੋ ਸ਼ੁਰੂਆਤੀ ਦੌਰ 'ਚ ਉਹਨੂੰ ਕੰਟਰੋਲ ਕਰ ਸਕਦੇ ਸੀ, ਉਹਨਾਂ ਨੇ ਢਿੱਲ ਦੇ ਹੀ ਰੱਖੀ, ਤੇ ਹੁਣ ਉਹ ਗਲਤੀ ਦੁਬਾਰਾ ਰਿਪੀਟ ਨਹੀਂ ਕਰਨੀ ਚਾਹੁੰਦੇ ਹੈਗੇ। ਜੀ, ਸਿਰਫ ਇੰਨਾ ਕੀ ਹੈ ਤਾਂ ਜਿਵੇਂ ਕਿ ਦੀ ਸਖਤਾਈਆਂ ਥੋੜ੍ਹੀਆਂ ਇੱਥੇ ਨੇ, ਉੱਦਾਂ ਦੀਆਂ ਉੱਥੇ ਦੇਖਣ ਨੂੰ ਮਿਲਣਗੀਆਂ, ਉਹਨਾਂ ਨੂੰ ਫੋਲੋ ਕਰਨਾ ਪਏਗਾ। ਜੀ ਬਿਲਕੁਲ ਬਿਲਕੁਲ ਬਿਲਕੁਲ। ਸੋ ਅੱਗੇ ਹੁਣ ਗੱਲ ਕਰਦੇ ਹਾਂ, ਜਿਵੇਂ ਤੁਸੀਂ ਗੱਲ ਕੀਤੀ ਕਿ ਸਪਾਊਸ ਨੂੰ ਵੀ ਲਿਜਾ ਸਕਦੇ ਆ, ਸਾਰੀ ਚੀਜ਼ਾਂ ਹੋ ਗਈਆਂ, ਤੇ ਹੁਣ ਗੱਲ ਕਰਦੇ ਹਾਂ ਉੱਥੇ PR ਦੀ ਸੈਟਲ ਹੋਣ ਦੀ ਕਿੰਨੀ ਕੁ ਪੋਸੀਬਿਲਿਟੀ ਹੈਗੀ ਹੈ। ਸੋ ਕੀ ਉਹਦਾ ਪ੍ਰੋਸੈਸ ਟਫ ਹੈ ਜਾਂ ਈਜ਼ੀ ਹੈ? ਇਹਨਾਂ ਤਿੰਨਾਂ ਕੰਟਰੀਆਂ ਦੇ ਵਿੱਚ ਜਾਂ ਯੂਰਪ ਦੇ ਬਾਕੀ ਦੇਸ਼ਾਂ ਤੁਸੀਂ 4-5 ਸਾਲ ਬਾਅਦ ਆਪਣੀ PR ਅਪਲਾਈ ਕਰ ਸਕਦੇ ਹੋ। ਤੁਹਾਡੀ ਸਟੱਡੀ ਕੰਪਲੀਟ ਆ, ਮੰਨ ਲਓ ਜਰਮਨੀ ਪੜ੍ਹਾਈ ਤੋਂ ਬਾਅਦ 18 ਮਹੀਨੇ ਦਾ ਵਰਕ ਪਰਮਿਟ ਮਿਲਦਾ, 4-5 ਸਾਲ ਬਾਅਦ ਆਪਣੀ PR ਦੀ ਐਪਲੀਕੇਸ਼ਨ ਲਾ ਸਕਦੇ ਹੋ। ਮਾਲਟਾ 'ਚ 5 ਸਾਲ ਬਾਅਦ PR ਦੀ ਐਪਲੀਕੇਸ਼ਨ ਲਾ ਸਕਦੇ ਹੋ। ਯੂਰਪ ਬਾਰੇ ਇੱਕ ਚੀਜ਼ ਜੋ ਅੱਛੀ ਹੈਗੀ ਆ, ਉਹ ਕੋਈ ਵੀ ਬੰਦਾ ਜਿਹੜਾ ਉੱਥੇ 2 ਨੰਬਰ 'ਚ ਵੀ ਈਵਨ ਗਿਆ, ਇਟਲੀ, ਸਪੇਨ, ਪੁਰਤਗਾਲ, ਪੁਰਾਣੇ ਜਿਹੜੇ ਲੋਕ ਗਏ ਹੋਏ ਨੇ, ਉੱਥੇ ਪੱਕੇ ਹੋਣਾ ਇੰਨਾ ਔਖਾ ਨਹੀਂ ਹੈਗਾ, ਐਜ਼ ਲੌਂਗ ਐਜ਼ ਤੁਸੀਂ ਕਿਤੇ ਆਪਣਾ ਕੰਮ ਵਗੈਰਾ ਜਾਂ ਕੋਈ ਇੰਪਲੋਇਮੈਂਟ ਵਗੈਰਾ ਲੱਭ ਲੈਂਦੇ ਹੋ। ਸਟੂਡੈਂਟਸ ਵਾਸਤੇ ਖਾਸ ਤੌਰ 'ਤੇ ਚੀਜ਼ਾਂ ਕਾਫੀ ਜ਼ਿਆਦਾ ਈਜ਼ੀ ਰਹਿੰਦੀਆਂ ਨੇ ਇਟਲੀ, ਜਰਮਨੀ ਵਰਗੇ ਦੇਸ਼ਾਂ ਦੇ ਵਿੱਚ। ਅੱਛਾ, ਹੁਣ ਜਿਵੇਂ ਗੱਲ ਕੀਤੀ ਤੁਸੀਂ ਕੁਛ ਦੇ ਵਿੱਚ 18 ਮਹੀਨੇ ਦਾ ਤੁਸੀਂ ਦੱਸਿਆ ਕਿ ਤੁਹਾਨੂੰ ਕੰਮ ਕਰਨ ਦਾ ਵਰਕ ਪਰਮਿਟ ਮਿਲ ਜਾਂਦਾ, ਉਸ ਤੋਂ ਬਾਅਦ ਕਿ ਫਿਰ ਵੀ ਅਗਰ ਗੱਲ ਕਰੀਏ 3 ਤੋਂ 4 ਸਾਲ ਲੰਬਾ ਟਾਈਮ ਹੈਗਾ। ਜਿਵੇਂ ਸਟੱਡੀ 1 ਸਾਲ ਕੀਤੀ, 18 ਮਹੀਨੇ ਦਾ ਤੁਹਾਨੂੰ ਨਾਲ ਮਿਲ ਗਿਆ, ਵਰਕ ਪਰਮਿਟ ਮਿਲ ਗਿਆ, ਉਸ ਤੋਂ ਬਾਅਦ ਫਿਰ ਦੁਬਾਰਾ ਅੱਗੇ ਤੁਹਾਨੂੰ ਉਹ ਐਕਸਟੈਂਡ ਕਰਨ ਨੂੰ ਮਿਲ ਜਾਂਦਾ ਜਦ ਤੱਕ ਤੁਹਾਡਾ ਟਾਈਮ ਨਹੀਂ ਆਉਂਦਾ PR ਅਪਲਾਈ ਕਰਨ ਦਾ। ਉੱਥੇ ਕੀ ਸਿਸਟਮ ਆ, 5 ਸਾਲ ਦੀ ਤੁਹਾਡਾ ਲੀਗਲ ਸਟੇ ਹੋਗਾ, ਤੁਸੀਂ ਐਲੀਜੀਬਲ ਹੈਗੇ ਹੋ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ। ਪਰ ਬੈਚਲਰਸ ਕਰੋਗੇ, 3 ਸਾਲ ਦੀ ਬੈਚਲਰਸ ਹੋਗੀ, 2 ਸਾਲ ਦੀ ਮਾਸਟਰਸ ਹੋਗੀ, ਦੋਨਾਂ 'ਚੋਂ ਇੱਕ ਵੀ ਪੜ੍ਹਾਈ ਕੀਤੀ ਆ, ਫਿਰ 18 ਮਹੀਨੇ 2 ਸਾਲ ਦਾ ਵਰਕ ਪਰਮਿਟ ਲਿਆ, ਤੁਹਾਡੇ 4-5 ਸਾਲ ਆਲਰੇਡੀ ਪੂਰੇ ਹੋ ਚੁੱਕੇ ਹੁੰਦੇ ਨੇ। ਇੰਨੇ ਟਾਈਮ ਤੱਕ ਬੱਚੇ ਕੋਲ ਜੌਬ ਤਾਂ ਹੁੰਦੀ ਆ, ਜੌਬ ਦੇ ਬਿਹਾਫ 'ਤੇ ਵਰਕ ਪਰਮਿਟ ਦੁਬਾਰਾ ਰੀਨਿਊ ਹੋ ਜਾਂਦਾ ਹੁੰਦਾ ਵਾ, ਅਤੇ ਉਸ ਤੋਂ ਬਾਅਦ ਜਿਹੜੇ ਹੈਗੇ ਤੁਸੀਂ ਆਪਣੀ ਰੈਜ਼ੀਡੈਂਸੀ ਅਪਲਾਈ ਕਰ ਸਕਦੇ ਹੋ। ਹੁਣ ਫੀਸ ਤੇ ਵੀਜ਼ਾ ਬਾਰੇ ਗੱਲ ਕਰ ਲੈਂਦੇ ਹੈ ਨਾ। ਜਿਵੇਂ ਤੁਸੀਂ ਗੱਲ ਕੀਤੀ ਕਿ ਆਫਟਰ ਵੀਜ਼ਾ ਆਏਗਾ ਤੇ ਉਸ ਤੋਂ ਬਾਅਦ ਤੁਸੀਂ ਫੀਸ ਭਰਨੀ ਹੈ। ਸੋ ਫੀਸਾਂ ਤੁਸੀਂ ਦੱਸਿਆ ਵੀ ਵਿੱਚ ਕਿੰਨੀਆਂ ਕਿੰਨੀਆਂ ਹੈਗੀਆਂ, ਸੋ ਥੋੜ੍ਹਾ ਜਿਹਾ ਐਲੈਬੋਰੇਟ ਕਰ ਸਕਦੇ ਹੋ ਕਿਹੜੇ ਕਿਹੜੇ ਕੋਰਸਸ ਦੇ ਨਾਲ ਕਿੰਨੀ ਕਿੰਨੀ ਫੀਸ ਹੈਗੀ ਹੈ ਇਹ ਕੁਝ? ਜੀ, ਇਹਦੇ ਵਿੱਚ ਮੈਂ ਇੱਕ ਚੀਜ਼ ਮੈਂਸ਼ਨ ਕਰਨੀ ਚਾਹੂੰਗਾ, ਸਟੂਡੈਂਟਸ ਦੇ ਦਿਮਾਗ 'ਚ ਜਾਂ ਇਹਨਾਂ ਕੰਟਰੀ ਨੂੰ ਜਦੋਂ ਏਜੰਟਸ ਪ੍ਰਮੋਟ ਕਰਦੇ ਨੇ, ਉਹ ਪੈਕੇਜ ਕਰਕੇ ਕਰਦੇ ਨੇ ਜਾਂ ਪ੍ਰਾਈਵੇਟ ਕਾਲਜਸ 'ਚ ਫਾਈਲਾਂ ਲਾ ਦਿੰਦੇ ਨੇ ਜਿੱਥੇ ਵੀਜ਼ਾਸ ਨਹੀਂ ਆਉਂਦੇ ਹੈਗੇ। ਅਸੀਂ ਕੁਝ ਅੱਛੀ ਕਾਲਜਸ, ਅੱਛੀ ਯੂਨੀਵਰਸਿਟੀਜ਼ ਤੁਹਾਡੇ ਵਾਸਤੇ ਲੈ ਕੇ ਆਏ ਹਾਂ। ਮੰਨ ਲਓ ਹੁਣ ਸਟੂਡੈਂਟ ਨੇ ਮਾਲਟਾ ਫਾਈਲ ਲਾਣੀ ਹੈ, ਇਟਲੀ ਫਾਈਲ ਲਾਣੀ, ਕਾਲਜਸ ਨੂੰ ਉਹਨਾਂ ਨੇ ਬੱਚਿਆਂ ਨੇ ਆਪਣੀ ਸਟੇਟਮੈਂਟ ਦਿਖਾਣੀ ਹੈ ਵੀ ਮੇਰੇ ਕੋਲ ਇੰਨੇ ਪੈਸੇ ਪਏ ਨੇ, ਮੈਂ ਫੀਸ ਵੀਜ਼ਾ ਤੋਂ ਬਾਅਦ ਪੇ ਕਰ ਦੂੰਗਾ। ਉਸ ਕੇਸਸ ਦੇ ਵਿੱਚ ਜਿਹੜਾ ਤੁਹਾਡਾ ਬਰਡਨ ਹੁੰਦਾ ਸੀ ਕਾਲਜ ਦੀ ਫੀਸ ਪਹਿਲਾਂ ਪੇ ਕਰਨ ਦਾ, ਉਹ ਹੁਣ ਸਾਰਾ ਤੁਹਾਡਾ ਆਫਟਰ ਵੀਜ਼ਾ ਦੇ ਵਿੱਚ ਆ ਗਿਆ। ਸੋ ਪਹਿਲਾਂ ਕੀ ਹੁੰਦਾ ਸੀ, ਮੰਨ ਲਓ ਮੈਂ ਜਰਮਨੀ ਦੀ ਫਾਈਲ ਲਾਣੀ, 3 ਤੋਂ 5 ਲੱਖ ਰੁਪਏ ਪਹਿਲਾਂ ਮੈਨੂੰ ਖਰਚਣਾ ਪੈਣਾ, ਫਿਰ ਮੈਂ ਜਾ ਕੇ ਐਮਬੈਸੀ 'ਚ ਫਾਈਲ ਲਾਊਂਗਾ। ਇਟਲੀ ਦੀ ਫਾਈਲ ਲਾਣੀ 4 ਤੋਂ 6 ਲੱਖ ਰੁਪਏ ਖਰਚੂੰਗਾ, ਫਿਰ ਫਾਈਲ ਲਾਊਂਗਾ। ਮਾਲਟਾ ਦੀ ਫਾਈਲ ਲਾਣੀ 3 ਤੋਂ 6 ਲੱਖ ਰੁਪਏ ਖਰਚੂੰਗਾ, ਫਿਰ ਫਾਈਲ ਲਾਊਂਗਾ। ਮਾਪਿਆਂ ਦੇ ਮਨ 'ਚ ਵੀ ਪ੍ਰਸ਼ਨ ਹੁੰਦਾ ਸੀ, ਬੱਚਾ ਵੀ ਦੁਵਿਧਾ 'ਚ ਰਹਿੰਦਾ ਸੀ, ਜੇ ਵੀਜ਼ਾ ਨਾ ਆਇਆ ਜਾਂ ਲੇਟ ਹੋ ਗਿਆ ਮੇਰੇ ਪੈਸੇ ਬਲੌਕ ਹੋ ਜਾਣਗੇ, ਜੋ ਕਿ ਹੁੰਦੇ ਵੀ ਨੇ। ਕਾਲਜ ਜਦੋਂ ਰਿਜੈਕਟ ਹੁੰਦਾ ਉਹ 1 ਦਿਨ 'ਚ ਫੀਸ ਨਹੀਂ ਟ੍ਰਾਂਸਫਰ ਕਰਦੇ, ਉਹ 3-3 4-4 5-5 ਮਹੀਨੇ ਲਾ ਦਿੰਦੇ ਨੇ, ਜੋ ਕਿ ਕੰਮ 1 ਦਿਨ 'ਚ ਹੋਣ ਵਾਲਾ ਹੁੰਦਾ ਵਾ। ਇਸ ਕੇਸਸ ਦੇ ਵਿੱਚ ਤੁਹਾਨੂੰ ਬਲੌਕ ਕਰਨ ਦਾ ਡਰ ਨਹੀਂ ਹੋਏਗਾ, ਤੁਸੀਂ ਬੇਫਿਕਰ ਹੋ ਕੇ, ਬੇਹਿਚਕ ਹੋ ਕੇ ਆਪਣਾ ਜਿਹੜਾ ਹੈਗਾ ਫਾਈਲ ਦਾ ਪ੍ਰੋਸੈਸ ਕਰ ਸਕਦੇ ਹੋ। ਅਤੇ ਅਸੀਂ ਬਹੁਤ ਵਧੀਆ ਨੰਬਰ ਆਫ ਫਾਈਲਸ ਜਿਹੜੀਆਂ ਹੈਗੀਆਂ ਇੰਨੀ ਦਿਨੀ ਆਫਿਸਿਸ ਦੇ ਵਿੱਚ ਅਪਲਾਈ ਕਰ ਰਹੇ ਹਾਂ। ਤੁਸੀਂ ਵੀ ਜੇ ਇਹਨਾਂ 'ਚੋਂ ਕਿਸੇ ਕੰਟਰੀ ਜਾਣਾ ਚਾਹੁੰਦੇ ਹੋ, ਬਿਨਾਂ ਕਿਸੇ ਡਰ ਦੇ, ਬਿਨਾਂ ਕਿਸੇ ਹਿਚਕ ਦੇ, ਜੇ ਤੁਹਾਡੇ ਕੋਲ ਬਜਟ ਅਵੇਲੇਬਲ ਹੈਗਾ, ਇੰਗਲਿਸ਼ ਬੋਲ ਲੈਂਦੇ ਹੋ, ਇਹਨਾਂ ਕੰਟਰੀਜ਼ ਵਾਸਤੇ ਅਪਲਾਈ ਕਰ ਸਕਦੇ ਹੋ। ਫੰਡਸ ਕਿੰਨਾ ਕੁ ਸ਼ੋਅ ਕਰਨਾ ਪੈਂਦਾ ਹੈ ਅਤੇ ਇਸ ਦੀ ਗਾਰੰਟੀ ਕੀ ਹੈ ਕਿ ਤੁਹਾਡਾ ਪੋਜ਼ੀਟਿਵ ਰਹੇਗਾ ਫਾਈਲਿੰਗ? ਦੇਖੋ ਜੀ, ਕੰਟਰੀਆਂ ਦੀ ਰਿਕੁਆਇਰਮੈਂਟ ਅਲੱਗ-ਅਲੱਗ ਹੈਗੀ ਆ, ਕਿਹੋ ਜਿਹੇ ਕੋਰਸ 'ਤੇ ਜਾ ਰਹੇ ਹੋ, ਹਰੇਕ ਕੰਟਰੀ ਦੀ ਸ਼ੋ ਮਨੀ ਜਿਹੜੀ ਆ ਅਲੱਗ-ਅਲੱਗ ਹੈਗੀ ਆ। ਗਰੰਟੀ ਦੀ ਗੱਲ ਆਉਂਦੀ ਆ, ਗਰੰਟੀ ਆਪਣੇ ਆਪ ਦੇ ਵਿੱਚ ਇੱਕ ਸ਼ਬਦ ਕੀ ਕਹਿੰਦਾ, 100 ਦਾ 100% ਆਉਂਦਾ। ਮੈਂ ਆਪ ਹੀ ਕਹੂੰਗਾ 100 ਦੇ 100% ਵੀਜ਼ਾ ਨਾ ਅੱਜ ਤੱਕ ਸਾਡੇ ਆਏ ਨੇ ਨਾ ਆਣੇ ਨੇ, ਕਿਉਂਕਿ ਹਰ ਬੱਚੇ ਦੀ ਪ੍ਰੋਫਾਈਲ ਅਲੱਗ ਹੁੰਦੀ ਹੈ, ਉਹਦੇ ਨੰਬਰਸ ਅਲੱਗ ਹੁੰਦੇ ਨੇ। ਕਹਿੰਦੇ ਨਾ ਦੁਨੀਆ 'ਚ ਇੰਨੇ ਲੋਕ ਨੇ, ਕਿਸੇ ਦੇ ਹੱਥ ਦੀ ਲਕੀਰਾਂ ਨਹੀਂ ਮਿਲਦੀਆਂ ਹੈਗੀਆਂ, ਬਾਕੀ ਚੀਜ਼ਾਂ ਦਾ ਦੂਰ ਦੀ ਗੱਲ। ਸੋ ਗੈਰੰਟੀ ਵਰਡ ਯੂਜ਼ ਕਰਨਾ ਮੁਸ਼ਕਿਲ ਹੋਏਗਾ ਕਿ ਤੁਹਾਡਾ ਵੀਜ਼ਾ 100% ਆਏਗਾ ਹੀ ਆਏਗਾ, ਬਟ ਹਾਂ
ਮਿਹਨਤ ਮੈਂ ਤਾਂ ਹੀ ਚੀਜ਼ ਕਿਹਾ, ਤੁਹਾਡੇ ਕੋਲ ਬਜਟ ਅਵੇਲੇਬਲ ਹੈਗਾ, ਇੰਗਲਿਸ਼ ਬੋਲ ਲੈਂਦੇ ਹੋ, ਮਿਹਨਤ ਕਰਨ ਨੂੰ ਤਿਆਰ ਹੋ, ਤੁਸੀਂ ਵੀ ਆਪਣਾ 100% ਦੋਗੇ, ਅਸੀਂ ਵੀ ਆਪਣਾ 100% ਦੋਗੇ। ਉਹ 100% ਦਾ ਨਤੀਜਾ ਜ਼ਰੂਰ ਹੋਏਗਾ ਕਿ ਅਸੀਂ 100 ਦੇ ਵਿੱਚੋਂ 70-80% ਵੀਜ਼ਾ ਲੈ ਸਕਦੇ ਹਾਂ। 20-30% ਵੀਜ਼ਾਸ ਨਹੀਂ ਆਉਂਦੇ, ਕਈ ਵਾਰ ਇੰਟਰਵਿਊ ਕਰਕੇ ਨਹੀਂ ਆਉਂਦੇ, ਕਈ ਵਾਰ ਵੀਜ਼ਾ ਆਫਿਸਰ ਦੇਖਦਾ ਇਹਦੀ ਪਰਸੈਂਟੇਜ ਜ਼ਰੂਰਤ ਤੋਂ ਜ਼ਿਆਦਾ ਘੱਟ ਆ, ਕੁਝ ਵੀ ਉਹਦੇ ਕਾਰਨ ਹੋ ਸਕਦੇ ਨੇ, ਬਟ 100% ਗਾਰੰਟੀ ਦੀ ਕਮਿਟਮੈਂਟ ਦੇਣਾ ਥੋੜ੍ਹਾ ਜਿਹਾ ਗਲਤ ਹੋਏਗਾ। ਅਮਨ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਬੜੇ ਵਿਸਥਾਰ 'ਚ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਹੈ, ਬਹੁਤ ਬਹੁਤ ਧੰਨਵਾਦ। ਜੀ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਇਹ ਅਮਨਦੀਪ ਜੀ ਸੀਗੇ ਜਿਹੜੇ ਕਿ ਯੂਰੋਕੈਨ ਦੇ ਮੈਨੇਜਿੰਗ ਡਾਇਰੈਕਟਰ ਨੇ, ਤੇ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਸ਼ੈਨਗਨ ਵੀਜ਼ਾ ਜਿਹੜਾ ਸਟਾਰਟ ਹੋ ਗਿਆ, ਕਿਸ ਤਰੀਕੇ ਦੇ ਨਾਲ ਤੁਸੀਂ ਪਹਿਲਾਂ ਫੀਸ ਨਾ ਦੇ ਕੇ ਪਹਿਲਾਂ ਆਪਣਾ ਵੀਜ਼ਾ ਲੈ ਕੇ ਉਸ ਤੋਂ ਬਾਅਦ ਦੇ ਵਿੱਚ ਫੀਸ ਦੇ ਸਕਦੇ ਹੋ। ਪੋਸੀਬਿਲਿਟੀਜ਼ ਦੀ ਗੱਲ ਕੀਤੀ ਹੈ ਉਹਨਾਂ ਨੇ, ਨਾਲ ਹੀ ਨਾਲ ਇਹ ਵੀ ਦੱਸਿਆ ਕਿ ਮਿਹਨਤ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਦੋਂ ਸਾਨੂੰ ਚੰਗੇ ਰਿਜ਼ਲਟ ਚਾਹੀਦੇ ਹੁੰਦੇ ਨੇ ਤਾਂ ਚੰਗੀ ਮਿਹਨਤ ਵੀ ਕਰਨੀ ਪੈਂਦੀ ਹੈ। ਸੋ ਇਸ ਦੇ ਨਾਲ ਇੱਥੇ ਤੁਹਾਡੇ ਤੋਂ ਇਜਾਜ਼ਤ ਚਾਹਾਂਗੇ। ਉਮੀਦ ਕਰਦੇ ਹਾਂ ਕਿ ਇਸ ਐਪੀਸੋਡ ਦੇ ਵਿੱਚ ਜਿੰਨੀ ਜਾਣਕਾਰੀ ਤੁਹਾਨੂੰ ਦਿੱਤੀ ਗਈ ਹੈ ਤੁਹਾਡੇ ਜ਼ਰੂਰ ਕੰਮ ਆਏਗੀ। ਜੇਕਰ ਫਿਰ ਵੀ ਤੁਹਾਡੇ ਕੋਈ ਸਵਾਲ ਰਹਿੰਦੇ ਨੇ ਤਾਂ ਤੁਸੀਂ ਕਮੈਂਟਸ ਕਰਕੇ, ਅਗਰ ਸਾਨੂੰ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ, ਫੇਸਬੁੱਕ ਦੇ ਉੱਤੇ ਦੇਖ ਰਹੇ ਹੋ ਜਾਂ ਫਿਰ YouTube ਤੇ ਦੇਖ ਰਹੇ ਹੋ, ਤਾਂ ਤੁਸੀਂ ਕਮੈਂਟਸ ਦੇ ਰਾਹੀਂ ਸਾਡੇ ਤੋਂ ਇਹ ਜਿਹੜੇ ਸਵਾਲ ਹੈਗੇ ਨੇ ਉਹ ਕਰ ਸਕਦੇ ਹੋ। ਉਹਨਾਂ ਦੇ ਜਵਾਬ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਇਸ ਤੋਂ ਇਲਾਵਾ ਜੇ ਤੁਸੀਂ ਯੂਰੋਕੈਨ ਦੇ ਨਾਲ ਡਾਇਰੈਕਟ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਦਾ ਨੰਬਰ ਵੀ ਫਲੈਸ਼ ਕੀਤਾ ਗਿਆ, ਉਹਨਾਂ ਦੇ ਨਾਲ ਵੀ ਗੱਲਬਾਤ ਕਰ ਸਕਦੇ ਹੋ। ਸੋ ਇੱਥੇ ਤੁਹਾਡੇ ਤੋਂ ਇਜਾਜ਼ਤ ਚਾਹਾਂਗੇ, ਅਗਲੀ ਵਾਰੀ ਫੇਰ ਤੋਂ ਮਿਲਾਂਗੇ। ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੋਰ ਜਾਣਕਾਰੀ ਤੁਹਾਡੇ ਤੱਕ ਲੈ ਕੇ ਜ਼ਰੂਰ ਆਵਾਂਗੇ। ਸਤਿ ਸ਼੍ਰੀ ਅਕਾਲ।